ਸਿੱਖਿਆ ਮੰਤਰੀ ਜੀ ਤੁਸੀਂ ਤਾਂ ਇੰਨੇ ਧੋਖੇਬਾਜ਼ ਹੋ। ਇੱਕ ਵਾਰ ਤੁਸੀਂ ਮੈਂ ਜਦੋਂ ਟੈਂਕੀ ਤੇ ਚੜੀ ਸੀ ਹੁਣ ਸਾਨੂੰ ਕਹਿੰਦੇ ਪਬਲਿਸਿਟੀ, ਇੱਕ ਗਰੀਬ ਬੰਦਾ ਬੇਰੁਜ਼ਗਾਰ ਪਬਲਿਸਿਟੀ ਲਈ ਕੈਮਰੇ ਚਾਣ ਲਈ ਸਾਨੂੰ ਕੁਝ ਮਿਲ ਰਿਹਾਗਾ। ਅਸੀਂ ਇੱਕ ਰੁਜ਼ਗਾਰ ਮੰਗਦੇ ਹਾਂ। ਮੈਂ ਕਹਿੰਨੀ ਆਪਾਂ ਦੋ ਸਰਕਾਰਾਂ ਤੰਗ ਸੀ, ਪਰ ਮੈਂ ਅੱਜ ਦੇ ਟਾਈਮ 'ਚ ਕਹਿੰਨੀ ਉਹ ਬਹੁਤ ਚੰਗੀਆਂ ਸੀ। ਕਿਉਂ ਕਿ ਚੰਗੀਆਂ ਸੀ? ਕਿਉਂਕਿ ਕਿਤੇ ਨਾ ਕਿਤੇ ਸਾਡੇ 'ਚ ਸਾਹ ਸੀ, ਸਾਨੂੰ ਖਤਮ ਤਾਂ ਨਹੀਂ ਕੀਤਾ ਸੀ। ਇਹਨਾਂ ਤੇ ਭਿਓ ਕੇ ਜੁੱਤੀਆਂ ਮਾਰੀਆਂ ਸਾਡੇ। ਮੈਂ ਕਿਹਾ ਸਰ ਤੁਸੀਂ ਸਾਡੀ 646 ਦੀ ਬਦਦੁਆ ਲੈਤੀ ਆ। ਕਹਿੰਦੇ ਮੇਰੇ ਹੱਥ 'ਚ ਕੁਝ ਨਹੀਂ ਸੀ। ਜੇ ਤੁਹਾਡੇ ਹੱਥ 'ਚ ਕੁਝ ਨਹੀਂ ਸੀ ਸਾਨੂੰ ਬੁਲਾ ਕੇ ਕਿਉਂ ਕਹਿੰਦੇ ਰਹੇ ਤੁਸੀਂ ਕਿ ਤੁਹਾਡੀ ਭਰਤੀ ਹੋ ਰਹੀ ਆ? ਮੇਰੇ ਭਰਾ ਵੀਰ ਨੇ, ਭਗਵੰਤ ਮਾਨ ਸੀਐਮ ਜੀ ਨੇ ਤੇ ਕੇਜਰੀਵਾਲ ਜੀ ਨੇ ਸਾਨੂੰ 646 ਪੀਟੀਓ ਨੂੰ ਇੱਕ ਸੇਵਾ ਦਿੱਤੀ ਆ। ਮੈਨੂੰ ਗਿਫਟ ਦਿੱਤਾ ਰੱਖੜੀ ਦਾ ਕਿ ਵੋਟਾਂ ਆ ਰਹੀਆਂ ਨੇ, ਘਰ ਘਰ ਜਾ ਕੇ ਸਾਡੀ ਡੋਂਡੀ ਪਿੱਟੋ, ਸਾਡੇ ਜੁੱਤੀਆਂ ਮਾਰਨ, ਤੁਸੀਂ ਲੋਕਾਂ ਨੂੰ ਜਾਗਰੂਕ ਕਰੋ। ਸਾਡੇ 13 ਸਾਲ ਦਾ ਮੁੱਲ ਕੀ ਮੋੜੋਗੇ ਤੁਸੀਂ? ਜਿਹੜੇ ਸੌਆਂ ਖਾਂਦੇ ਹੋ, ਜਿਹੜੇ ਵਾਅਦੇ ਕੀਤੇ ਵੋਟਾਂ ਤੋਂ ਪਹਿਲਾਂ, ਕਿ ਤੁਹਾਡੇ ਵਾਅਦੇ ਸਿਰਫ ਇੱਕ ਝੂਠੇ ਨੇ। ਇੱਕ ਵੋਟਾਂ ਲਈ ਤੁਸੀਂ ਭੈਣ ਭਰਾ ਦਾ ਰਿਸ਼ਤਾ ਬਣਾਉਣਾ। ਛੋਟਾ ਢਿੱਡ ਸੀ, ਬਾਲਾ ਖਾ ਲਿਆ, ਉਹ ਆਫਰ ਗਿਆ ਵੀਰੇ। ਉਮੀਦ ਇੰਨੀ ਹੈ ਨਹੀਂ ਸੀ ਆਮ ਪਾਰਟੀ ਨੂੰ, ਮਿਲ ਜ਼ਿਆਦਾ ਗਿਆ, ਪਰ ਹੁਣ ਉਹ ਹਾਜ਼ਮ ਨਹੀਂ ਆ ਰਿਹਾ। ਫਿਰ ਹਾਜ਼ਮ ਤਾਂ ਕਰਨਾ ਪਊਗਾ ਨਾ। ਸਤਿ ਸ਼੍ਰੀ ਅਕਾਲ। ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸ ਕਰੀਵਾਲ। ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਆਈ ਤਾਂ ਸਭ ਤੋਂ ਵਧੇਰੇ ਧਰਵਾਸਾ ਉਹਨਾਂ ਕੱਚੇ ਮੁਲਾਜ਼ਮਾਂ ਨੂੰ ਸੀ ਜਾਂ ਉਹਨਾਂ ਨੂੰ ਸੀ ਜਿਨ੍ਹਾਂ ਦੀ ਭਰਤੀ ਕਿਤੇ ਨਾ ਕਿਤੇ ਵਿੱਚ ਵਿਚਾਲੇ ਲਟਕ ਰਹੀ ਸੀ। ਕਿਉਂਕਿ ਇਹਨਾਂ ਨੇ ਉਹਨਾਂ ਅਧਿਆਪਕਾਂ ਦੇ ਕੋਲੇ ਜਾਂ ਉਹਨਾਂ ਮੁਲਾਜ਼ਮਾਂ ਦੇ ਕੋਲੇ ਜਾ ਕੇ ਧਰਵਾਸਾ ਬੜਾ ਦਿੱਤਾ ਸੀ ਕਿ ਅਸੀਂ ਆਮ ਆ, ਅਸੀਂ ਤੁਹਾਡੇ ਵਰਗੇ ਆ, ਅਸੀਂ ਬਦਲਾਅ ਲੈ ਕੇ ਆਵਾਂਗੇ ਤੇ ਅਸੀਂ ਜਿਹੜਾ ਆ ਤੁਹਾਨੂੰ ਪੱਕੇ ਤੌਰ ਤੇ ਸਰਕਾਰੀ ਨੌਕਰੀ ਦੇਵਾਂਗੇ। ਇਹੀ ਧਰਵਾਸਾ ਉਸ ਵੇਲੇ ਦਿੱਤਾ ਗਿਆ ਸੀ ਅਰਵਿੰਦ ਕੇਜਰੀਵਾਲ ਹੋਰਾਂ ਦੇ ਵੱਲੋਂ। ਸ਼ਾਇਦ ਜੇ ਤੁਹਾਨੂੰ ਯਾਦ ਹੋਵੇ, ਟੈਂਕੀ ਦੇ ਉੱਪਰ ਇੱਕ ਭੈਣ ਬੈਠੀ ਸੀ, ਉਹਨੂੰ ਆਪਣੀ ਭੈਣ ਦਾ ਖਿਤਾਬ ਦਿੱਤਾ ਗਿਆ, ਮੂੰਹ ਬੋਲੀ ਭੈਣ ਬਣਾਇਆ ਗਿਆ ਤੇ ਇਹ ਕਿਹਾ ਗਿਆ ਕਿ ਸਾਡੀ ਸਰਕਾਰ ਆ ਰਹੀ ਹੈ, ਸਾਡੇ ਤੇ ਭਰੋਸਾ ਹੈਗਾ ਤੇ ਅਸੀਂ ਤੁਹਾਨੂੰ ਜਿਹੜਾ ਆ ਉਹ ਰੁਜ਼ਗਾਰ ਦੇਵਾਂਗੇ। ਪੀਟੀਆਈ 646 ਦੀ ਭਰਤੀ ਜਿਹੜੀ ਆ ਉਹ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਸੀ, ਜਿਸ ਦੇ ਤਹਿਤ ਹੀ ਭੈਣ ਜਿਹੜੀ ਆ ਉਹ ਟੈਂਕੀ ਤੇ ਬੈਠੀ ਸੀ। ਭੈਣ ਸਿੱਪੀ ਸ਼ਰਮਾ, ਅਰਵਿੰਦ ਕੇਜਰੀਵਾਲ ਹੋਰਾਂ ਦੀ ਮੂੰਹ ਬੋਲੀ ਭੈਣ। ਮਾਨਸਾ ਦੇ ਵਿੱਚ ਅੱਜ ਅਸੀਂ ਬੈਠੇ ਹਾਂ, ਭੈਣ ਦੇ ਘਰ ਦੇ ਵਿੱਚ। ਭੈਣ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਪਿਛਲੇ ਦਿਨਾਂ ਤੋਂ ਫੇਰ ਵੀਡੀਓਜ਼ ਜਿਹੜੀਆਂ ਨੇ ਉਹ ਵਾਇਰਲ ਕੀਤੀਆਂ ਜਾ ਰਹੀਆਂ ਨੇ ਭੈਣ ਹੋਰਾਂ ਦੇ ਵੱਲੋਂ ਕਿ ਭਾਈ ਸਾਨੂੰ ਪਿਛਲੀਆਂ ਸਰਕਾਰਾਂ ਨੇ ਅੱਧ ਵਿਚਾਲੇ ਤਾਂ ਲਟਕਾ ਕੇ ਰੱਖਿਆ ਸੀ, ਪਰ ਆਹ ਸਰਕਾਰ ਆਈ ਐਸੀ ਕਿ ਸਾਨੂੰ ਪਟਕਾ ਕੇ ਪਰੇ ਹੀ ਮਾਰਿਆ। ਪੂਰੀ ਕਹਾਣੀ ਕੀ ਆ, ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਭੈਣ ਦਾ ਸਵਾਗਤ ਕਰ ਲਈਏ। ਭੈਣ ਆਰਐਮਬੀ ਟੈਲੀਵਿਜ਼ਨ ਤੇ ਸਵਾਗਤ ਤੁਹਾਡਾ। ਭੈਣੇ, ਹੁਣ ਤਾਂ ਆਪਣਿਆਂ ਦੀ ਸਰਕਾਰ ਬਣ ਗਈ, ਆਪਦੇ ਭਰਾ ਦੀ ਜਿਹੜੀ ਆ ਤੁਹਾਡੀ ਦੀ ਸਰਕਾਰ ਬਣ ਗਈ, ਮੂੰਹ ਬੋਲੇ ਭਰਾ ਦੀ, ਤੇ ਹਾਲੇ ਵੀ ਵਿਰੋਧਤਾ ਦੇ ਵਿੱਚ ਤੁਸੀਂ ਵੀਡੀਓ ਪਾ ਰਹੇ ਹੋ ਵੀਰੇ। ਕਿਉਂਕਿ ਮੇਰੇ ਭਰਾ ਨੇ ਕੇਜਰੀਵਾਲ ਜੀ ਨੇ ਤੇ ਸੀਐਮ ਭਗਵੰਤ ਮਾਨ ਜੀ ਨੇ ਮੈਨੂੰ ਇੱਕ ਰੱਖੜੀਆਂ ਦਾ ਬਹੁਤ ਵੱਡਾ ਤੋਹਫਾ ਦਿੱਤਾ ਸਾਨੂੰ 646 ਪੀਟੀਆਈ ਨੂੰ। ਤੇ ਅੱਜ ਦੀਆਂ ਰੱਖੜੀਆਂ ਨੇ 30 ਦੀਆਂ ਤੇ 28 ਤਰੀਕ ਨੂੰ ਮੇਰੇ ਭਰਾ ਨੇ ਤੋਹਫਾ ਦਿੱਤਾ, ਮੇਰੇ ਦੋਨੇ ਭਰਾਵਾਂ ਨੇ, ਕਿ ਸਾਡੀ ਭਰਤੀ ਸੀ ਜਿਹੜੀ ਸਾਨੂੰ ਵਾਅਦਾ ਕੀਤਾ ਸੀ ਸਰਕਾਰ ਆਉਣ ਤੋਂ ਪਹਿਲਾਂ ਕਿ ਤੁਹਾਡੀ ਭਰਤੀ ਕਰਾਂਗੇ ਅਸੀਂ, ਉਹ ਭਰਤੀ ਨੂੰ ਕੀ ਕਰਦੇ ਨੇ, ਰੱਦ ਹੀ ਕਰਤੀ ਜਿਨ੍ਹਾਂ ਨੇ। ਦੋ ਸਰਕਾਰਾਂ ਨੇ ਸਾਨੂੰ ਲਟਕਾ ਰੱਖਿਆ ਸੀ। ਸਾਨੂੰ ਉਮੀਦ ਹੈਗੀ ਸੀ ਅਸੀਂ ਜਿਉਂਦੇ, ਸਾਡੇ 'ਚ ਸਾਹ ਨੇ, ਪਰ ਇਹਨਾਂ ਨੇ ਸਾਡੇ ਸਾਹ ਹੀ ਖਤਮ ਕਰਤੇ। ਤੁਹਾਨੂੰ ਮੈਂ ਸਾਰੀ ਗੱਲ ਦੱਸਦੀ ਹਾਂ। ਅਗਸਤ ਤੋਂ ਸਾਰੀ ਇਹਨਾਂ ਦੀ ਕਹਾਣੀ ਸ਼ੁਰੂ ਹੋਈ ਆ ਆਮ ਪਾਰਟੀ ਦੀ, ਸਾਡੇ ਨਾਲ ਜਿਹੜੀ ਗੇਮ ਖੇਡੀ ਗਈ ਆ। ਅਸੀਂ ਸਾਡੇ 646 ਪੀਟੀਆਈ ਪੇਜ ਤੇ ਪਾਇਆ ਸੀ, ਫੇਸਬੁੱਕ ਪੇਜ ਤੇ, ਕਿ 5 ਜਾਂ 6 ਅਗਸਤ ਤੱਕ ਅਸੀਂ ਕੋਈ ਪ੍ਰੋਗਰਾਮ ਕਰਾਂਗੇ। ਉਸ ਤੋਂ ਪਹਿਲਾਂ ਸਾਨੂੰ ਸਿੱਖਿਆ ਮੰਤਰੀ ਜੀ ਦੇ OSD ਗੁਲਸ਼ਨ ਛਾਬੜਾ ਜੀ ਦੀ ਕਾਲ ਆਉਂਦੀ ਆ ਸਾਡੇ ਪ੍ਰਧਾਨ ਨੂੰ, ਤੇ ਵੀ ਅਸੀਂ ਤੁਹਾਡੀ ਭਰਤੀ ਦੀ ਰਿਕਾਰਡਿੰਗ ਮੀਟਿੰਗ ਕਰਨੀ ਹੈ, ਤੁਸੀਂ ਆਓ। ਸਾਡੇ 5 ਤੋਂ 6 ਬੰਦੇ ਜਾ ਕੇ ਮਿਲਦੇ ਨੇ ਜੀ। ਅਸੀਂ ਉੱਥੇ ਬਹਿੰਦੇ ਹਾਂ, ਸਾਨੂੰ ਸਾਰੀ ਗੱਲ ਸਮਝਾਈ ਜਾਂਦੀ ਹੈ, ਤੁਹਾਡੀ ਭਰਤੀ ਹੋ ਰਹੀ ਆ ਇੱਦਾਂ ਕਰਕੇ, ਵੀ ਤੁਹਾਡਾ ਜਿਹੜਾ 16 ਦਾ ਆਰਟੀਕਲ ਆ ਉਹਦੇ ਕਰਕੇ ਤੁਹਾਡੀ ਭਰਤੀ ਲਟਕ ਰਹੀ ਆ। ਅਸੀਂ ਕਿ ਜੀ ਸਾਡੀ ਤਾਂ ਉਹ 'ਚ ਗਲਤੀ ਨਹੀਂ ਹੈਗੀ, ਇਹ ਤਾਂ ਜਿਵੇਂ ਨੋਟੀਫਿਕੇਸ਼ਨ ਆਇਆ ਉਵੇਂ ਭਰਤੀ ਹੋਣੀ ਚਾਹੀਦੀ ਆ। ਕਿਉਂਕਿ ਹਰ ਨੋਟੀਫਿਕੇਸ਼ਨ ਵਿੱਚ ਇੱਕ ਗੱਲ ਹੁੰਦੀ ਆ ਕਿ ਵੀ ਇੰਨੇ % ਪੰਜਾਬ ਵਾਲੇ ਹੋਣਗੇ, ਵੀ ਅਦਰ ਹਰਿਆਣੇ ਵਾਲੇ ਹੋਣਗੇ, 5% ਕੋਟਾ ਹੁੰਦਾ ਗਾ ਨਾ। ਤੇ ਅਸੀਂ ਇੱਕ ਜੀ ਉਹ ਜੱਜ ਨੇ ਇਹਨਾਂ ਨੂੰ ਪੁੱਛਿਆ 16 ਦਾ ਆਰਟੀਕਲ, ਉਹ ਤਾਂ ਇਹਨਾਂ ਦਾ ਹੱਕ ਬਣਦਾ ਜਵਾਬ ਦੇਣ ਦਾ, ਇਹ ਉਲਟਾ ਜਵਾਬ ਦੇ ਰਹੇ ਨੇ ਕਿ ਅਸੀਂ ਕੇਡਰ ਹੀ ਖਤਮ ਕਰਤਾ। ਕੇਡਰ ਖਤਮ ਕਰਤਾ, ਬਲਕਿ ਇਹਨਾਂ ਕੋਲ ਕੇਡਰ ਖਤਮ ਦਾ ਕੋਈ ਪ੍ਰੂਫ ਨਹੀਂ। 4-5 ਵਾਰੀ ਇਹਨਾਂ ਨੂੰ ਫਾਈਨ ਲੱਗ ਚੁੱਕਿਆ ਇਸ ਗੱਲ ਦਾ ਕਿ ਸਾਡੇ ਕੋਲ ਕੇਡਰ ਨਹੀਂ ਹੈਗਾ। ਤੇ ਜੱਜ ਸਾਹਿਬ ਨੇ ਲਾਸਟ ਦਿੱਤਾ ਕਿ 25 ਤਰੀਕ ਨੂੰ ਮੈਂ ਇਹਨਾਂ ਦਾ ਫਾਈਨਲ ਕਰਨਾ ਗਾ, ਤੁਸੀਂ ਇਹਨਾਂ ਦਾ ਜਵਾਬ ਦਿਓ ਸਾਨੂੰ ਕੀ ਕਰਨਾ ਭਰਤੀ ਦਾ। ਤੇ ਜੀ ਇਹ ਕੀ ਹੁੰਦਾ ਗਾ, ਸਾਨੂੰ ਫਿਰ ਮੀਟਿੰਗ ਤੇ ਬੁਲਾਉਂਦੇ ਨੇ। ਸਾਡੀ ਸਾਰ ਗੇਮ ਕਿੱਥੋਂ ਸ਼ੁਰੂ ਹੋਈ, 5-6 ਤਰੀਕ ਨੂੰ ਅਸੀਂ ਪ੍ਰੋਗਰਾਮ ਕਰਨਾ। ਛਾਬੜਾ ਜੀ ਨੇ ਸਾਨੂੰ 2-3 ਅਗਸਤ ਨੂੰ ਬੁਲਾ ਲਿਆ। ਉਸ ਤੋਂ ਬਾਅਦ ਸਾਡੇ ਪ੍ਰਧਾਨ ਜੀ ਸਾਡੇ ਗਰੁੱਪ 'ਚ ਗੱਲ ਆਉਂਦੀ ਹੈ ਵੀ ਆਪਣੀ ਭਰਤੀ ਹੋ ਰਹੀ ਆ, ਸਾਰੇ ਅਸੀਂ ਖੁਸ਼ ਹਾਂ।
ਉਸ ਤੋਂ ਬਾਅਦ ਅਸੀਂ 16 ਨੂੰ ਜਾਂਦੇ, ਸਾਰੀ ਜਥੇਬੰਦੀਆਂ ਨੂੰ ਮੀਟਿੰਗ ਮਿਲਦੀ ਆ। ਉਹਦੇ ਵਿੱਚ ਵੀ ਬੈਂਸ ਸਾਹਿਬ ਜੀ ਕਹਿੰਦੇ ਨੇ ਹਾਂਜੀ ਤੁਹਾਡੀ ਭਰਤੀ ਕਰ ਰਹੇ ਆ। ਛਾਬੜਾ ਜੀ ਬੋਲਦੇ ਨੇ ਤੁਸੀਂ ਮੀਟਿੰਗ ਦੇ ਵਿੱਚ ਕਿਉਂ ਆਏ, ਤੁਹਾਨੂੰ ਕਿਹੜਾ ਬੁਲਾਇਆਗਾ? ਜਦੋਂ ਸਾਰੀ ਯੂਨੀਅਨ ਨੂੰ ਬੁਲਾਇਆ ਤੇ ਸਾਨੂੰ ਵੀ ਬੁਲਾਇਆਗਾ। ਕਹਿੰਦੇ ਜੇ ਸਿੱਖਿਆ ਮੰਤਰੀ ਜੀ ਮੈਨੂੰ ਕੁਝ ਲਿਖਣ ਨੂੰ ਕਹਿ ਦਿੰਦੇ ਫਿਰ ਔਖਾ ਇਹਦਾ। ਅਸੀਂ ਪੁੱਛਣਾ ਚਾਹੁੰਦੇ ਆ ਕਿ ਗੁਲਸ਼ਨ ਛਾਬੜਾ ਜੀ ਨੇ ਭਰਤੀ ਕਰਨੀ ਸੀ, ਭਰਤੀ ਸਿੱਖਿਆ ਮੰਤਰੀ ਨੇ ਕਰਨੀ ਆ। ਪਰ ਸਾਡੇ ਮਨ 'ਚ ਇੱਕ ਡਾਊਟ ਇਹ ਵੀ ਸੀ ਵੀ ਆਪਾਂ ਨੂੰ ਇਕੱਲੇ ਛਾਬੜਾ ਜੀ ਨੇ ਬੁਲਾਇਆ, ਗੁਲਸ਼ਨ ਛਾਬੜਾ ਜੀ ਨੇ, OSD ਸਿੱਖਿਆ ਮੰਤਰੀ ਦੀ ਜੀ ਨੇ, ਨਾ ਕੋਈ ਡਿਪਾਰਟਮੈਂਟ ਦਾ ਮੰਤਰੀ ਆ ਬੰਦਾ ਗਾ, ਸੌਰੀ, ਠੀਕ ਹੈ ਜੀ, ਨਾ ਆਪਣੇ ਭਗਵੰਤ ਮਾਨ CM ਜੀ ਦਾ OSD ਆ, ਵੀ ਇਕੱਲੇ ਛਾਬੜਾ ਜੀ ਨੇ ਸਾਡੇ ਕੋਲ। ਉਹਨਾਂ ਨੇ ਸਾਨੂੰ ਇੱਕ ਕਟੀਰੀਆ ਦੱਸਿਆ ਵੀ ਤੁਹਾਡੀ ਭਰਤੀ ਕਰਨੇ ਆ। ਚਲੋ ਅੱਕਾ ਪਾ ਕੇ ਵੀ ਸਿੱਖਿਆ ਮੰਤਰੀ ਨੇ ਭਰਤੀ ਕਰਨੀ ਆ, ਚਲੋ ਉਹਨਾਂ OSD ਆ ਵੀ ਉਹ ਕਰ ਰਹੇ ਨੇ, ਉਹਨਾਂ ਨੇ ਸਾਰਾ ਕੁਝ ਤਿਆਰ ਕੀਤਾ ਗਾ। 22 ਤਰੀਕ ਨੂੰ ਇਹ ਗੱਲ ਹੁੰਦੀ ਹੈ, ਸਾਨੂੰ ਕਹਿੰਦੇ ਤੁਸੀਂ ਬੇਫਿਕਰ ਰਹੋ, ਤੁਹਾਡੀ ਭਰਤੀ 100% ਆ, ਮੈਥੋਂ ਲਿਖਾ ਕੇ ਲੈ ਲਓ, 200% ਅਸੀਂ ਤੁਹਾਡੀ ਭਰਤੀ ਕਰਾਂਗੇ। CM ਸਾਹਿਬ ਜੀ ਤੁਹਾਡੇ ਹੱਕ 'ਚ ਨੇ, ਬਸ ਬੇਟਾ ਮੈਨੂੰ ਕਹਿੰਦੇ ਨੇ ਗੁੜੀਆ ਤੂੰ ਵੀਡੀਓ 'ਚ ਵਿਰੋਧ ਨਾ ਕਰਿਆ ਕਰ। ਮੈਂ ਕਿਹਾ ਸਰ ਮੇਰਾ ਜਮੇ ਜੀ ਨਹੀਂ ਕਰਦਾ, ਮੈਂ ਰੋ ਪਈ। ਮੈਂ ਕਿਹਾ ਸਰ ਮੇਰੇ ਹਾਲਾਤ ਇਦਾਂ ਦੇ ਨੇ ਕਿ ਮੇਰਾ ਜੀ ਨਹੀਂ ਕਰਦਾ, ਜੇ ਮੈਂ ਕਿਤੋਂ ਔਖੀ ਆ ਜਾਂ ਮੈਂ ਤਾਂ ਵਿਰੋਧ ਕਰਦੀ ਆ, ਜਾਂ ਮੈਂ ਉਦੋਂ ਪਹਿਲਾਂ ਕਿਸੇ ਹੋਰ ਦਾ ਵਿਰੋਧ ਨਹੀਂ ਕੀਤਾ, ਜਾਂ ਮੇਰੇ ਤੁਹਾਡੇ ਨਾਲ ਲਾਗ ਡਾਟ ਤਾਂ ਹੈ ਨਹੀਂ ਕਿ ਵੀ ਤੁਹਾਡੀ ਸਰਕਾਰ ਆਈ ਆ ਜਾਂ ਮੈਂ ਤੁਹਾਡੇ ਹੀ ਵਿਰੋਧ ਕਰ ਰਹੀ ਆ। ਮੈਂ ਕਿਹਾ ਜਦੋਂ ਆਪਣੇ ਚੰਨੀ ਜੀ ਸੀ, ਮੈਂ ਉਹਦੀ ਟੈਂਕੀ ਤੇ ਚੜੀ ਸੀ, ਉਹਦੀ ਸਭ ਕੁਝ ਹੋਇਆ। ਚਲੋ ਜੀ ਇਹ ਗੱਲ ਖਤਮ ਹੁੰਦੀ ਆ। ਉਸ ਤੋਂ ਬਾਅਦ ਸਾਨੂੰ ਇੱਕ ਲੈਟਰ ਆਉਂਦਾ ਗਾ ਜਿੱਥੋਂ ਫਿਰ ਇੱਕ ਕਹਾਣੀ ਦਾ ਨਵਾਂ ਕਟੀਰੀਆ ਰੂਪ ਦਿੱਤਾ ਜਾਂਦਾ। ਇਹ ਸਾਰੀ ਗੇਮ ਸਰਕਾਰ ਵੱਲੋਂ ਇੱਕ ਕਹਾਣੀ ਖੇਡੀ ਗਈ ਸਾਡੇ ਨਾਲ, ਅਗਸਤ ਤੋਂ ਸਟਾਰਟ ਹੁੰਦੀ ਆ। ਉਸ ਤੋਂ 22 ਤਰੀਕ ਦਾ ਇੱਕ ਲੈਟਰ ਆਉਂਦਾ ਕਿ ਇੱਕ ਕਮੇਟੀ ਬਣੀ ਆ ਤੁਹਾਡੀ ਭਰਤੀ ਨੂੰ ਭਰਨ ਲਈ, ਕੰਪਲੀਟ ਕਰਨ ਲਈ। ਉਹਦੇ ਉੱਤੇ ਲਿਖਿਆ ਵੀ ਹੋਇਆਗਾ, ਠੀਕ ਹੈ, ਮੈਂ ਤੁਹਾਨੂੰ ਫੋਨ ਵਿੱਚ ਦਿਖਾ ਵੀ ਸਕਦੀ ਹਾਂ ਸਭ ਕੁਝ। ਤੇ ਚਲੋ ਜੀ ਅਸੀਂ ਸਾਥੀ ਕਹਿੰਦੇ ਚਲੋ ਜਾਣਾਗਾ। ਉਹਦੇ ਵਿੱਚ ਹਰਪਾਲ ਚੀਮਾ ਜੀ ਨੇ, ਅਮਨ ਅਰੋੜਾ ਜੀ ਨੇ, ਬੁੱਧ ਰਾਮ ਜੀ ਨੇ, ਹਰਜੋਤ ਬੈਂਸ ਸਾਹਿਬ ਜੀ ਨੇ, ਆਪਣੇ ਕੈਬਨਿਟ ਦੇ ਮੰਤਰੀ ਨੇ ਤੇ ਹੋਰ ਅਫਸਰ ਨੇ, ਠੀਕ ਹੈ ਜੀ। ਅਸੀਂ ਕਿਹਾ ਸਾਡੀ ਭਰਤੀ ਹੋ ਰਹੀ, ਅਸੀਂ ਗਏ ਆ, ਸਾਨੂੰ ਬੈਠਣ ਲਈ ਨਹੀਂ ਕਹੀ ਆ ਉੱਥੇ, ਅਸੀਂ ਗਏ ਆ, ਫਾਈਲ ਦਿੱਤੀ ਆ। ਹਰਪਾਲ ਚੀਮਾ ਜੀ ਸਾਡੇ ਸਾਰੇ ਡਾਕੂਮੈਂਟ ਦੇਖ ਕੇ ਬੋਲਦੇ ਨੇ ਯਾਰ ਇਹਨਾਂ ਦੀ ਭਰਤੀ ਕਰੋ, ਇਹਨਾਂ ਦੀ ਭਰਤੀ ਤੱਕ ਬਣਦੀ ਆ ਵੀ ਕੋਰਟ ਦਾ ਸਾਰੇ ਫੈਸਲੇ ਇਹ ਜੀ ਪੰਜਾਬ ਜੱਜ ਦੀ ਜੱਜਮੈਂਟ ਇਹਨਾਂ ਦੇ ਹੱਕ 'ਚ ਆ। ਜਦੋਂ ਕਿ ਜੱਜ ਦੇ ਫੈਸਲੇ ਤੇ ਜਦੋਂ ਸਰਕਾਰਾਂ ਜੱਜ ਦੇ ਫੈਸਲੇ ਨੂੰ ਰੱਦ ਕਰ ਸਕਦੀਆਂ ਨੇ, ਫਿਰ ਅਸੀਂ ਕਿੱਥੇ ਜਾਵਾਂਗੇ? ਕਹਿੰਦੇ ਭਰਤੀ ਕਰੋ, ਸਾਡੇ ਸਾਹਮਣੇ ਕਹਿਤਾ ਭਰਤੀ ਕਰੋ। ਸਾਡੀ 12 ਵਜੇ ਮੀਟਿੰਗ ਹੋਣੀ ਸੀ, ਜਿਹੜਾ ਲੈਟਰ ਵਿੱਚ ਟਾਈਮ ਦਿੱਤਾ ਗਿਆ 12 ਵਜੇ ਦਾ, ਸਾਨੂੰ ਬੈਠਣ ਲਈ ਨਹੀਂ ਕਿਹਾ ਗਿਆ। ਉਹਦੇ ਵਿੱਚ 12 ਵਜੇ ਦਾ ਟਾਈਮ ਦਿੱਤਾ ਗਿਆ, 10 ਸਵਾ 10:30 ਦੇ ਵਿੱਚ ਘਰ ਸਾਡੀ ਮੀਟਿੰਗ ਹੋਈ, ਖੜੇ ਮੀਟਿੰਗ ਹੋਈ, ਪੇਜ ਪਲਟੇ, ਰੀਡ ਕੀਤੇ, ਚਲੋ ਵੀ ਇਹਨਾਂ ਦੀ ਭਰਤੀ ਕਰੋ। ਅਸੀਂ ਖੁਸ਼ ਹੋ ਗਏ। ਸਾਨੂੰ ਗੁੰਮਰਾਹ ਕੀਤਾ ਜਾ ਰਿਹਾਗਾ, ਤੁਸੀਂ ਮਿਨੀ ਸੈਕਟਰੀਏਟ ਜਾਓ, ਸੈਕਟਰੀਏਟ ਜਾਓ, ਡਿਪਾਰਟਮੈਂਟ ਜਾਓ, ਸੈਕਟਰੀ ਨੂੰ ਮਿਲੋ। ਉੱਥੇ ਸੈਕਟਰੀ ਸਾਹਿਬ ਹੈ ਨਹੀਂ, ਅਸੀਂ ਪੁੱਛੀ ਜਾਂਦੇ ਹਾਂ ਜੀ ਕਿੱਥੇ ਜੀ, ਚੀਮਾ ਸਾਹਿਬ ਨੂੰ ਕਾਲ ਕਰਦੇ, ਉਹ ਆਉਂਦੇ ਨੇ, ਉਹਨਾਂ ਦੀ CM ਸਾਹਿਬ ਨਾਲ ਮੀਟਿੰਗ ਆ, ਤੁਸੀਂ ਕੋਈ ਗੱਲ ਨਹੀਂ, ਤੁਹਾਡੀ ਚੀਮਾ ਸਾਹਿਬ ਕਹਿੰਦੇ ਤੁਹਾਡੀ ਫਾਈਲ ਲੈ ਕੇ ਹਰਜੋਤ ਬੈਂਸ ਜੀ CM ਸਾਹਿਬ ਜੀ ਕੋਲ ਸਾਈਨ ਕਰਾਉਣ ਜਾ ਰਹੇ ਨੇ। ਇਹ 22 ਤਰੀਕ ਨੂੰ ਸਾਨੂੰ ਗੱਲ ਕਹੀ ਗਈ ਆ, 22 ਅਗਸਤ ਨੂੰ ਸਾਈਨ ਕਰਾਉਣ ਜਾ ਰਹੇ, ਤੁਹਾਡੀ ਭਰਤੀ ਹੋ ਰਹੀ ਆ। 5 ਮਹੀਨਿਆਂ ਤੋਂ ਫਾਈਲ ਸਾਡੀ ਪਈ ਹੈ ਜੀ ਹਰਜੋਤ ਬੈਂਸ ਸਾਹਿਬ ਕੋਲ। ਪਹਿਲਾਂ 4-5 ਮਹੀਨਿਆਂ ਤੋਂ ਲਾਰਾ ਲਾ ਰਹੇ ਸੀ ਸਾਨੂੰ, ਉਹ ਵੀ ਤੁਹਾਡੀ ਫਾਈਲ ਤਾਂ CM ਸਾਹਿਬ ਕੋਲ ਗਈ ਆ, ਉਹ ਕਰਨਗੇ ਸਾਈਨ। ਚਲੋ ਜੀ ਪਤਾ ਕਿਤੋਂ ਚੱਲਦਾਗਾ ਵੀ ਉਹ ਕਹਿੰਦੇ ਮੇਰੇ ਕੋਲ ਹੀ ਫਾਈਲ ਪਈ ਹੈ। ਛਾਬੜਾ ਜੀ ਦੱਸਦੇ ਸਾਨੂੰ, ਜਿਹੜੇ 2-3 ਅਗਸਤ 'ਚ ਸਾਡੀ ਮੀਟਿੰਗ ਹੁੰਦੀ ਹੈ, ਜਦੋਂ ਪਲੈਨਿੰਗ ਕਰਦੇ ਨੇ ਸਾਨੂੰ ਉਹਦੇ ਦੱਸਦੇ ਨੇ ਕਿ ਤੁਹਾਡੀ ਫਾਈਲ ਉੱਥੇ ਪਈ ਹੈ। ਚਲੋ ਜੀ ਠੀਕ ਹੈ। ਉਸ ਤੋਂ ਬਾਅਦ ਕੀ ਹੁੰਦਾਗਾ, ਜਦੋਂ ਸਾਨੂੰ ਆਪਣੇ ਹਰਪਾਲ ਚੀਮਾ ਜੀ ਕਹਿੰਦੇ ਨੇ ਬੈਂਸ ਸਾਹਿਬ ਜਾਂਦੇ ਨੇ, ਅਸੀਂ ਬੜੇ ਬਾਗੋ ਬਾਗ ਆ ਜੀ, ਸਾਡੀ ਭਰਤੀ ਹੋ ਰਹੀ ਆ। ਅਸੀਂ ਫਿਰ ਵੀ ਕਹਿੰਦੇ ਆ ਸਰ ਦੇਖੋ 646 ਦੀ ਭਰਤੀ ਕਰ ਰਹੇ ਹੋ ਨਾ, ਮਨ 'ਚ ਡਰ ਹੈ ਕਿਤੇ ਨਾ ਕਿਤੇ। ਕਹਿੰਦੇ ਵੀ ਉਹਨਾਂ ਦੇ ਜਾਂ ਅਸੀਂ ਕਿਤੇ ਸੱਚ ਸੀ, ਕਿਉਂਕਿ ਬੇਈਮਾਨੀ ਉਹਨਾਂ ਦੇ ਦਿਲ 'ਚ ਸੀ, ਅਸੀਂ ਡਰੇ ਸੀ ਕਿਤੇ ਸੱਚਾਈ ਕੁਦਰਤ ਤਾਂ ਹੈਗੀ ਆ, ਮੰਨਦੇ ਨੇ ਚੀਜ਼ ਨੂੰ। ਉਹ ਸਾਡੇ ਨਾਲ ਕਹਿੰਦਾ ਨਾ ਬੇਟਾ ਬੇਫਿਕਰ ਹੋ, ਤੁਹਾਡੇ ਸਾਡੇ ਕੇਜਰੀਵਾਲ ਜੀ ਨੇ ਵਾਅਦਾ ਕੀਤਾਗਾ, ਭਗਵੰਤ ਮਾਨ CM ਜੀ ਨੇ ਵਾਅਦਾ ਕੀਤਾ, ਅਸੀਂ ਪੂਰਾ ਕਰਾਂਗੇ। ਉਹ ਬੋਲਦੇ ਨੇ ਆਪਣੇ ਹਰਜੋਤ ਬੈਂਸ ਸਾਹਿਬ ਜੀ ਬੋਲਦੇ ਨੇ ਸਾਨੂੰ ਸਿੱਖਿਆ ਮੰਤਰੀ, ਮੈਂ ਗੁਰੂ ਗੋਬਿੰਦ ਸਿੰਘ ਦੀ ਸਹੁੰ ਖਾਧੀ ਆ। ਉਹ ਬੋਲਦੇ ਯਾਰ ਕਰਕੇ ਬੋਲਦੇ ਨੇ ਸਰ ਵੀ ਤੁਸੀਂ ਮੇਰੇ ਤੇ ਯਕੀਨ ਕਰੋ, ਮੈਂ ਗੁਰੂ ਗੋਬਿੰਦ ਸਿੰਘ ਦੀ ਸਹੁੰ ਖਾਧੀ ਆ। ਉਹ ਸਾਨੂੰ ਇੱਦਾਂ ਕਹਿੰਦੇ ਸਿੱਖਿਆ ਮੰਤਰੀ ਜੀ ਮੈਂ ਸਾਈਨ ਕਰਾਉਣ ਜਾਂਦੇ ਹਾਂ। ਚਲੋ ਜੀ ਅਸੀਂ ਜਾਂਦੇ ਹਾਂ, ਅਸੀਂ ਘੁੰਮਦੇ ਫਿਰਦੇ ਹਾਂ, ਸੈਕਟਰੀ ਸਾਹਿਬ ਮਿਲਦੇ, ਸਾਨੂੰ ਕਹਿੰਦੇ ਮੈਂ ਇੱਕ ਦਿਨ ਆਇਆ, ਮੈਂ ਤੁਹਾਡੇ ਵਿੱਚ ਕੀ ਨੈਗੇਟਿਵ ਵਿਊ ਦੇ ਦਾਂ ਕੀ ਪੋਜ਼ਿਟਿਵ ਦੇ ਦਾਂ। ਚਲੋ ਉਹ ਵੀ ਬੰਦੇ ਸਹੀ ਨੇ ਜੀ, ਅਸੀਂ ਉਹਨਾਂ ਨੂੰ ਕੁਝ ਕਹਿ ਨਹੀਂ ਸਕਦੇ। ਕਹਿੰਦੇ 5 ਮਹੀਨੇ ਦੀ ਫਾਈਲ ਜੋ ਸਿੱਖਿਆ ਮੰਤਰੀ ਕੋਲ ਪਈ ਹੈ, ਜੇ ਤੁਹਾਨੂੰ ਖਤਮ ਕਰਨਾ ਹੁੰਦਾ ਉਹ ਵੀ ਉਦੋਂ ਵੀ ਕਰ ਦਿੰਦੇ। ਅਸੀਂ ਫਿਰ ਪੋਜ਼ਿਟਿਵ ਹੋ ਗਏ, ਪਰ ਅਸੀਂ ਬੋਲੀਆਂ ਨੇ, ਪਰ ਉਹਨਾਂ ਨੇ ਸਾਡਾ ਇੰਨਾ ਰੂਡਲੀ ਵਿਵਹਾਰ ਗੱਲ ਕੀਤਾ, ਇੱਕ ਅਫਸਰ ਹੋ ਕੇ ਉਹ ਸਾਨੂੰ, ਅਸੀਂ ਬੋਲੀਆਂ ਨੇ ਉੱਠ ਕੇ ਚਲੇ ਗਏ। ਮੈਂ CM ਸਾਹਿਬ ਦੀ ਮੀਟਿੰਗ ਛੱਡ ਕੇ ਆਇਆ, ਉਹਨਾਂ ਨੇ ਪੂਰੇ ਪ੍ਰੋਪਰ 5 ਮਿੰਟ ਵੀ ਨਹੀਂ ਸਾਨੂੰ ਦਿੱਤੇ ਵੀਰੇ। ਉਸ ਤੋਂ ਬਾਅਦ ਕੀ ਹੁੰਦਾ, ਅਸੀਂ ਆ ਕੇ ਛਾਬੜਾ ਜੀ ਨੂੰ ਮਿਲਦੇ ਹਾਂ, ਗੁਲਸ਼ਨ ਛਾਬੜਾ ਜੀ ਨੂੰ। ਉੱਥੇ ਭਰਤੀ ਸੈੱਲ ਵਾਲੇ ਹਰਪ੍ਰੀਤ ਵੀਰੇ ਜੀ ਬੈਠੇ ਹੁੰਦੇ ਨੇ ਤੇ DPI ਜੀ ਨੂੰ ਬੁਲਾਇਆ ਜਾਂਦਾਗਾ। ਅਸੀਂ ਖੁਸ਼ ਵੀ ਭਰਤੀ ਹੋਊਗੀ, ਹੁਣ ਤਾਂ ਭਰਤੀ ਸੈੱਲ ਵਾਲਾ ਬੰਦਾ ਬੈਠਾਗਾ। ਅਸੀਂ ਵੀ ਫਿਰ ਵੀ ਖੁਸ਼, ਅਸੀਂ ਕਰੀ ਨੇ ਸਰ ਪੱਕਾ ਭਰਤੀ ਕਰੋਗੇ?
ਗੁਲਸ਼ਨ ਛਾਬੜਾ ਜੀ ਮੈਨੂੰ ਕਹਿੰਦੇ ਕੁੜੀਏ ਤੂੰ ਪਰ ਬਿਆਨ ਇਦਾਂ ਨਾ ਦਿਆ ਕਰ, ਅਸੀਂ ਖੁਸ਼। ਮੈਂ ਕਿਹਾ ਸਰ ਮੈਂ ਜਮਾ ਨਹੀਂ ਦਿੰਦੀ। ਮੈਂ ਕਿਹਾ ਮੈਨੂੰ ਮੌਕਾ ਦਿਓ ਕਿ ਮੈਂ ਤੁਹਾਡੇ ਲਈ ਚੰਗੇ ਸ਼ਬਦ ਬੋਲਾਂ। ਮੈਂ ਕਿਹਾ ਮੇਰਾ ਕਰੈਕਟਰ ਵੀ ਇਦਾਂ ਦਾ ਨਹੀਂ ਹੈਗਾ ਕਿ ਮੈਂ ਲੋਕਾਂ ਦੀ ਨਜ਼ਰਾਂ 'ਚ ਇੱਕ ਬੁਰੀ ਬਣ ਗਈ ਤੁਹਾਡੇ ਲਈ ਵੀ, ਠੀਕ ਹੈ। ਤੁਹਾਡੇ 92 ਦੇ 92 ਐਮਐਲਏ ਮੈਨੂੰ ਬੁਰਾ ਸਮਝਦੇ ਨੇ ਵੀ ਇਸ ਕੁੜੀ ਸਾਡੇ ਖਿਲਾਫ ਬੋਲਦੀ ਹੈ। ਮੈਂ ਕਿਹਾ ਮੈਂ ਵੀ ਚੰਗਾ ਬੋਲਣਾ ਚਾਹੁੰਦੀ ਹਾਂ, ਤੁਸੀਂ ਪਰ ਸਾਨੂੰ ਮੌਕਾ ਦਿਓ। ਤੇ ਵੀ ਇੱਕ ਫਾਈਲ ਦਿਖਾਉਂਦੇ ਨੇ, ਆਹ ਦੇਖੋ ਤੁਹਾਡੀ ਭਰਤੀ ਕਰ ਰਹੇ ਨੇ, ਇਦਾਂ ਇਦਾਂ ਹੋ ਰਹੀ ਆ। ਡੀਪੀਆਈ ਸਰ ਬੈਠੇ ਨੇ, ਸੌਰੀ ਡੀਪੀਆਈ ਸਰ ਨਹੀਂ ਆਏ, ਭਰਤੀ ਸੈੱਲ ਵਾਲੇ ਬੈਠੇ ਨੇ। ਤੇ ਗੁਰਪ੍ਰੀਤ ਜੀ ਹਰਪ੍ਰੀਤ ਜੀ ਸਾਨੂੰ ਬੋਲਦੇ ਨੇ, ਕਹਿੰਦੇ ਤੁਹਾਡੀ 12 ਸਾਲ ਦੀ ਮਿਹਨਤ ਨੂੰ 13ਵਾਂ ਸਾਲ ਲੱਗ ਗਿਆ। 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣ ਲੈਂਦੇ ਨੇ, ਤੁਹਾਡੀ ਮਿਹਨਤ ਨੂੰ ਬੂਰ ਪੈਣ ਲੱਗ ਗਿਆ। ਅਸੀਂ ਫਿਰ ਬਾਗੋ ਬਾਗ ਵੀ ਬਾਕੀ ਭਰਤੀ ਹੋ ਰਹੀ ਆ। ਉਹ ਦੇਖੋ 22 ਅਗਸਤ ਤੱਕ ਭਰਤੀ ਹੋ ਰਹੀ ਹੈ। 23 ਤੱਕ ਸਾਨੂੰ ਛਾਬੜਾ ਜੀ ਕਹਿੰਦੇ ਤੁਸੀਂ ਰੁਕੋ ਯਾਰ, ਮੈਂ ਤੁਹਾਡੇ ਨਾਲ ਚੱਲ ਦਾਂਗਾ। ਅਸੀਂ ਕਿਹਾ ਸਰ ਤੁਸੀਂ ਚੱਲਿਓ, ਡੀਪੀਆਈ ਸਰ ਨਾਲ ਤੁਹਾਡੇ ਨਾਲ ਗੱਲ ਕਰਿਓ ਵੀ ਆਪਣੀ ਭਰਤੀ ਕਰਨਾ। ਤੇ ਸਾਡੇ ਸਾਥੀ ਜੋ ਪ੍ਰਧਾਨ ਸਾਡੇ ਨੇ ਗੁਰਲਾਬ ਭੋਲਾ ਸਿੰਘ ਜੀ, ਉੱਥੇ ਰੋਕਦੇ ਨੇ। ਮੈਂ ਉਹਦੀ ਆ ਗਈ ਸ਼ਾਮ ਨੂੰ, ਤੇ ਸਾਡੀ ਨੇਹਾ ਭੈਣ ਆ ਤੇ ਗੁਰਦੀਪ ਸਰਸਾ ਜੀ ਨੇ ਤੇ ਗਗਨ ਬਾਈ ਉਹਨੇ ਰੋਕਦੇ ਨੇ ਉੱਥੇ ਵੀ। ਉਹ ਵੀ ਕਹਿੰਦੇ ਤੁਹਾਡੀ ਭਰਤੀ ਅਸੀਂ ਕਰ ਰਹੇ ਹਾਂ। ਸਾਨੂੰ ਪੂਰਾ ਕਟੀਰੀਆ ਦੱਸਿਆ ਗਿਆ, ਤੁਹਾਡੀ ਭਰਤੀ ਹੋ ਰਹੀ ਆ, ਤੁਹਾਡਾ ਆਹ ਗੱਲ ਸੀ 16 ਦਾ ਆਰਟੀਕਲ 'ਚ ਅਸੀਂ ਮਾਫੀ ਮੰਗ ਲਈ ਆ, ਅਸੀਂ ਤੁਹਾਡੀ ਭਰਤੀ ਕਰ ਰਹੇ ਹਾਂ, ਚਲੋ ਵੀ ਅਸੀਂ ਘਰ ਆ ਜਾਣੇ 23 ਨੂੰ। 25 ਨੂੰ ਸਾਡੀ ਪੇਸ਼ੀ ਆ। 25 ਨੂੰ ਕੀ ਹੁੰਦਾ ਜੀ, ਜੱਜ ਛੁੱਟੀ ਤੇ ਹੋ ਜਾਂਦੇ ਆ। ਰੱਬ ਜਾਣੇ, ਦੇਖੋ ਜੱਜ ਨੂੰ ਕੁਝ ਬੋਲਣ ਦੀ ਮੇਰੀ ਕੋਈ ਔਕਾਤ ਨਹੀਂ ਹੈਗੀ, ਠੀਕ ਹੈ। ਰੱਬ ਜਾਣੇ ਉਹਨਾਂ ਨੂੰ ਕੰਮ ਅਸੀਂ ਵਿਚਾਰਿਆਂ ਨੂੰ ਜਾਂ ਕੀ ਸੀ, ਉਹਨਾਂ ਨੂੰ ਛੁੱਟੀ ਤੇ ਸੀ ਸਰ, ਮੈਂ ਉਹਨਾਂ ਲਈ ਕੁਝ ਨਹੀਂ ਬੋਲਾਂਗੀ, ਉਹ ਛੁੱਟੀ ਤੇ ਸੀ। ਉਸ ਤੋਂ ਬਾਅਦ ਕੀ ਆਉਂਦੇ ਜੀ, ਬਾਕੀ ਦੇ ਕੇਸ ਹੋਰ ਜੱਜ ਨੂੰ ਟ੍ਰਾਂਸਫਰ ਕੀਤੇ ਗਏ, ਫਾਰਵਰਡ ਕੀਤੇ ਗਏ। ਪਰ 4 ਕੇਸ, ਇੱਕ ਸਾਡਾ ਕੇਸ ਤੇ 3 ਕੇਸ ਹੋਰ ਉਹ ਮਹਾਵੀਰ ਸੰਧੂ ਜੀ ਕੋਲ ਨੇ, ਠੀਕ ਹੈ ਜੀ। 25 ਦੀ ਛੁੱਟੀ ਤੇ ਜੱਜ ਸਾਹਿਬ, 28 ਨੂੰ ਸਾਡੀ ਤਰੀਕ ਆਉਂਦੀ ਆ। ਤੁਸੀਂ ਐਂ ਦੇਖੋ 28 ਨੂੰ ਸਾਡਾ ਵਕੀਲ ਛੁੱਟੀ ਤੇ ਆ, ਜਿਹੜਾ ਅਸੀਂ ਸਾਡਾ ਮੇਨ ਸੀਨੀਅਰ ਵਕੀਲ ਅਸੀਂ ਕੀਤਾ ਹਾਇਰਿੰਗ, ਉਹ ਸਾਡੀ ਕਿਸੇ ਪੇਸ਼ੀ ਤੇ ਨਹੀਂ ਪਹੁੰਚੇ। ਸ਼ਰੇਆਮ ਕਹਿੰਦੀ ਆ, ਗੈਰੀ ਸੰਧੂ ਜੀ ਕਿਸੇ ਸਾਡੀ ਪੇਸ਼ੀ ਤੇ ਨਹੀਂ ਪਹੁੰਚੇ। ਅਸੀਂ ਇਹਨਾਂ ਦੀ ਮਿੰਨਤਾਂ ਕਰਦੇ, ਜੇ ਸਾਡਾ ਨੰਬਰ ਲੇਟ ਹੁੰਦਾ 272 250 260 ਜਾਂ ਕੁਝ ਵੀ ਨੰਬਰ ਇੱਦਾਂ ਦਾ 250, ਕਹਿੰਦੇ ਤੁਹਾਡਾ ਤਾਂ ਨੰਬਰ ਨਹੀਂ ਆਉਂਦਾ। ਸਾਡਾ ਨੰਬਰ ਆਵੇ ਚਾਹੇ ਨਾ ਆਵੇ, ਇੱਕ ਵਕੀਲ ਦਾ ਹੱਕ ਬਣਦਾ ਕੋਰਟ 'ਚ ਆਉਂਦਾ। ਸਨੀ ਸਿੰਗਲਾ ਜੀ ਸਾਡੇ ਹੱਕ 'ਚ ਆ ਕੇ ਖੜ੍ਹਦੇ ਸੀ, ਸ਼ਰੇਆਮ ਕਹਿੰਦੇ ਜੀ, ਉਹ ਆ ਕੇ ਖੜੇ। ਇੱਕ ਦਿਨ ਅਸੀਂ ਗਏ ਸੀ, ਉਹਦੇ ਅਸੀਂ ਰਿਕੁਐਸਟ ਕੀਤੀ, ਉਦੋਂ ਆਪਣੇ ਖੇਤਰਪਾਲ ਵਕੀਲ ਸੀ। ਸਨੀ ਸਿੰਗਲਾ ਜੀ ਕਹਿੰਦੇ ਤੁਹਾਡੇ ਸੀਨੀਅਰ ਵਕੀਲ ਨਹੀਂ ਆਏ ਗੈਰੀ ਜੀ, ਕਹਿੰਦੇ ਮੈਂ ਕੀ ਬੋਲਾਂ, ਹੱਕ ਤਾਂ ਕਰਦੇ ਜੀ। ਅਸੀਂ ਕਹਿੰਦੇ ਅਸੀਂ ਬੋਲਾਂਗੇ। ਸਨੀ ਸਿੰਗਲਾ ਜੀ ਨੇ ਰਿਕੁਐਸਟ ਕੀਤੀ ਕਿ ਵੀ ਇਹਨਾਂ ਦਾ ਕੇਸ ਵੀ ਉਹਨਾਂ ਨੇ ਖੇਤਰਪਾਲ ਜੱਜ ਸਾਹਿਬ ਜੀ ਨੇ ਸਾਡਾ ਪੁਰਾਣੇ ਵਕੀਲ ਸੰਧੂ ਜੀ ਕੋਲ ਭੇਜਤਾ। ਮਹਾਵੀਰ ਸੰਧੂ ਜੀ ਵਕੀਲ ਜੱਜ ਉਹ ਨੇ ਜਿਨ੍ਹਾਂ ਨੇ ਜਦੋਂ ਚੰਨੀ ਸਰਕਾਰ ਸੀ ਕਿਹਾ ਸੀ ਵੀ ਇਹਨਾਂ ਦੀ ਮੈਰਿਟ ਲਿਸਟ ਤੇ ਭਰਤੀ ਕੀਤੀ ਜਾਵੇ। ਤੇ ਜਿਹੜਾ 16 ਦਾ ਆਰਟੀਕਲ ਆ, ਤੇ ਡਿਪਾਰਟਮੈਂਟ ਨੂੰ ਪੁੱਛਿਆ ਸੀ ਵੀ ਤੁਸੀਂ ਕਿਵੇਂ ਕਰਨਾ ਚਾਹੁੰਦੇ ਹੋ, ਕਿਉਂਕਿ ਇਹਨਾਂ ਨੇ ਲਿਖਿਆ ਸੀ ਪੰਜਾਬ ਦਾ ਡੋਮਿਸਾਈਲ ਹੋਣਾ ਚਾਹੀਦਾ ਭਰਤੀ ਤੇ ਲਈ। ਉਹ ਤਾਂ ਸਰਕਾਰ ਨੂੰ ਪੁੱਛਿਆ, ਸਰਕਾਰ ਉਹਦਾ ਜਵਾਬ ਦੇ ਰਹੀ ਹੈ ਸਰ ਵੀਰੇ ਕਿ ਅਸੀਂ ਭਰਤੀ ਰੱਦ ਕਰ ਰਹੇ ਹਾਂ। ਜੱਜ ਕਹਿੰਦਾ ਰੱਦ ਕਰ ਰਹੇ, ਮੈਂ ਤੁਹਾਨੂੰ ਰੱਦ ਕਰਨ ਲਈ ਨਹੀਂ ਪੁੱਛਿਆ, ਮੈਂ ਤੁਹਾਨੂੰ ਪੁੱਛਿਆ 16 ਦਾ ਆਰਟੀਕਲ ਆ ਜਿਹੜਾ 16 ਦਾ ਆਰਟੀਕਲ ਦੀ, ਉਹਦੇ ਤੁਸੀਂ ਕੀ ਕਰ ਰਹੇ ਹੋ। ਉਹ ਕਹਿੰਦੇ ਜੀ ਸਾਡੇ ਤੋਂ ਗਲਤੀ ਹੋ ਗਈ, ਮੁੜ ਕੇ ਅਸੀਂ ਗਲਤੀ ਨਹੀਂ ਕਰਦੇ। ਇਹਨਾਂ ਨੇ ਜੱਜ ਸਾਹਿਬ ਨੂੰ ਲਿਖ ਕੇ ਦਿੱਤਾ। ਜੱਜ ਸਾਹਿਬ ਕਹਿੰਦੇ ਠੀਕ ਹੈ, ਤੇ ਵੀ ਜਿਹੜੇ ਤੁਸੀਂ ਭਰਤੀ ਰੱਦ ਕਰਦੇ ਹੋ ਮੈਨੂੰ ਉਹ ਪ੍ਰੂਫ ਦੇ ਦਿਓ ਜੀ, ਉਹ ਪ੍ਰੂਫ ਪੇਸ਼ ਕਰੋ। ਉਹਨਾਂ ਨੇ ਇੱਕ ਕਮੇਟੀ ਕੀਤੀ, ਇੱਕ ਲੈਟਰ ਪੇਸ਼ ਕਰਦੇ ਨੇ, ਜੱਜ ਸਾਹਿਬ ਉਹ ਕੈਂਸਲ ਕਰ ਦਿੰਦੇ ਨੇ। ਇਹਨਾਂ ਨੂੰ 3 ਤੋਂ 4 ਵਾਰੀ ਫਾਈਨ ਲੱਗ ਚੁੱਕਿਆ, ਲਾਸਟ ਵਾਰ ਫਿਰ ਫਾਈਨ ਲੱਗਿਆਗਾ। 2022 ਵਾਲਾ ਲੈਟਰ ਚੱਕ ਕੇ ਪੇਸ਼ ਕਰ ਦਿੰਦੇ ਨੇ, ਇਹ 28 ਤਰੀਕ ਨੂੰ। ਜੱਜ ਸਾਹਿਬ ਕਹਿੰਦੇ ਕਲੋਜ਼, ਖਤਮ ਕਰਤਾ ਸਾਨੂੰ। ਮੈਂ ਪੁੱਛਣਾ ਚਾਹੁੰਦੀ ਹਾਂ, ਅਗਸਤ ਤੋਂ ਲੈ ਕੇ 6-7 ਅਗਸਤ ਦੇ ਵਿੱਚ ਅਸੀਂ ਧਰਨਾ ਲਾਉਣਾ ਸੀ। ਛਾਬੜਾ ਸਾਹਿਬ ਜੀ ਦੀ ਕਾਲ ਆਉਂਦੀ ਆ, ਤੁਹਾਡੀ ਭਰਤੀ ਹੋ ਰਹੀ ਆ, ਸਾਡੇ 6 ਤੋਂ 7 ਬੰਦੇ ਮੀਟਿੰਗ 'ਚ ਜਾਂਦੇ ਆ। ਅਗਸਤ 'ਚ ਪੂਰੀ ਭਰਤੀ ਹੋ ਰਹੀ ਹੈ, 23 ਅਗਸਤ ਤੱਕ ਸਾਨੂੰ ਗੁਲਸ਼ਨ ਛਾਬੜਾ ਜੀ ਨੇ ਸਾਨੂੰ ਗੁੰਮਰਾਹ ਕੀਤਾ, ਹਰਜੋਤ ਬੈਂਸ ਜੀ ਨੇ ਗੁੰਮਰਾਹ ਕੀਤਾ। ਜਿਹੜੀ ਪੂਰੀ ਕੈਬਨਿਟ ਦੇ ਮੰਤਰੀ ਬੈਠੇ ਸੀ, ਅਮਨ ਅਰੋੜਾ ਜੀ, ਹਰਪਾਲ ਚੀਮਾ ਜੀ, ਬੁੱਧਰਾਮ ਜੀ ਸਾਡੇ ਮਾਨਸਾ ਹਲਕੇ 'ਚ ਨੇ, ਇਹਨਾਂ ਨੇ ਹਰਪਾਲ ਚੀਮਾ ਜੀ ਵੀ ਸਾਡੇ ਹਲਕੇ ਦੇ ਨੇ। ਇਹਨਾਂ ਨੇ ਸਾਨੂੰ ਸਾਰਿਆਂ ਨੇ ਗੁੰਮਰਾਹ ਕੀਤਾ। ਸਾਡੀ ਭਰਤੀ ਕਰ ਰਹੇ ਨੇ, 28 ਨੂੰ ਜਾ ਕੇ ਕਹਿੰਦੇ ਤੁਹਾਡੀ ਭਰਤੀ ਰੱਦ ਕਰਤੀ ਜੀ। ਮੈਂ ਛਾਬੜਾ ਜੀ ਨੂੰ ਵੌਇਸ ਮੈਸੇਜ ਕੀਤਾ, ਮੈਂ ਕਿਹਾ ਸਰ ਤੁਸੀਂ ਸਾਡੀ 646 ਦੀ ਬਦਦੁਆ ਲੈਤੀ ਆ। ਕਹਿੰਦੇ ਮੇਰੇ ਹੱਥ 'ਚ ਕੁਝ ਨਹੀਂ ਸੀ। ਜੇ ਤੁਹਾਡੇ ਹੱਥ 'ਚ ਕੁਝ ਨਹੀਂ ਸੀ, ਸਾਨੂੰ ਬੁਲਾ ਕੇ ਕਿਉਂ ਕਹਿੰਦੇ ਰਹੇ ਤੁਸੀਂ ਕਿ ਤੁਹਾਡੀ ਭਰਤੀ ਹੋ ਰਹੀ ਆ। ਸਾਡੀ ਭੈਣ ਕਿਰਨਦੀਪ ਕੌਰ ਜੀ ਮਿਲੇ ਸੀ, ਮੇਰੇ ਕੋਲ ਵੀਡੀਓ ਪਈ ਹੈ, ਮੈਂ ਤੁਹਾਨੂੰ ਹੁਣ ਵੀ ਦਿਖਾ ਦੇਣੀ ਆ। ਭਗਵੰਤ ਮਾਨ ਜੀ ਨੂੰ ਕਹਿੰਦੇ 646 ਦੀ ਭਰਤੀ ਸਰ 12 ਸਾਲ ਹੋ ਗਏ। ਕਹਿੰਦੇ ਸਾਡੇ ਮੇਰੇ ਇੱਕ ਟਿਪਸ ਤੇ ਯਾਦ ਆ, ਇਹ ਹਰ ਵੀਡੀਓ 'ਚ ਬੋਲਦੇ ਨੇ ਸਕੂਲਾਂ ਵਿੱਚ DPPT ਹੋਣਗੇ, ਸੀਟੀਆਂ ਵੱਜਣਗੀਆਂ, ਮੋਰਨਿੰਗ ਟਾਈਮ ਤੇ ਜਿਹੜੀ ਅਸੈਂਬਲੀ ਹੁੰਦੀ ਆ ਵੀ ਉਹ ਕਿੱਧਰ ਗਏ। ਜੇ ਤੁਸੀਂ ਕਹਿ ਰਹੇ 646 ਤਾਂ ਕੀ ਗੁਨਾਹ ਹੋ ਗਿਆ। ਮੈਂ ਕਹਿੰਦੀ ਹਾਂ ਕਰੋ, ਪੂਰੇ ਚਿੱਠੇ ਖੋਲੋ, ਇਹਨਾਂ ਦੇ ਪੂਰਾ ਘੁਟਾਲਾ ਨਿਕਲੂਗਾ ਕੀ ਕਿੱਥੇ ਗਲਤੀ ਸਾਡੇ ਤੋਂ, ਜਿਹੜੀ ਸਾਡੀ ਭਰਤੀ ਕੈਂਸਲ ਕਰਤੀ। ਸਿੱਖਿਆ ਮੰਤਰੀ ਜੀ ਸਾਡੇ ਗੁਨਾਹਗਾਰ ਨੇ, ਜੋ ਗੁਰੂ ਗੋਬਿੰਦ ਸਿੰਘ ਦੀ ਇੱਕ ਸਹੁੰ ਖਾ ਕੇ ਮੁੱਕਰੀ ਜਾਂਦੇ ਨੇ। CM ਸਾਹਿਬ ਜੀ ਇੱਕ ਭੈਣ ਕਹਿੰਦੇ ਸੀ ਵਾਅਦਾ ਕਰਦੇ ਸੀ ਸਾਡੀ ਭਰਤੀ, ਕਹਿੰਦੇ ਮੈਂ ਕਹਿੰਦੀ ਆਪਣੇ ਦਿਮਾਗ ਨਾਲ ਚੱਲੋ ਜੀ,
ਕਿਸੇ ਦਿਮਾਗ ਨਾਲ ਚੱਲੋ। ਜੇ ਤੁਸੀਂ ਬਣੇ ਹੋ, ਤੁਹਾਨੂੰ ਇੱਕ ਕੁਰਸੀ ਦਿੱਤੀ ਆ ਪੰਜਾਬ ਦੀ ਸਰਕਾਰ ਨੇ, ਇੱਕ ਅਹੁਦਾ ਦਿੱਤਾ, ਤੇ ਤੁਸੀਂ ਦੇਖੋ ਜੇ ਤੁਸੀਂ ਵਾਅਦਾ ਪੂਰਾ ਕਰ ਸਕਦੇ ਹੋ ਤਾਂ ਕਹੋ। ਸਾਨੂੰ 23 ਅਗਸਤ ਤੱਕ ਤੁਸੀਂ ਗੁੰਮਰਾਹ ਕਰ ਰਹੇ ਹੋ, ਤੁਹਾਡੀ ਭਰਤੀ ਹੋ ਰਹੀ ਹੈ। ਜੇ ਅਸੀਂ ਝੂਠ ਬੋਲਦੇ ਹਾਂ, ਤੁਸੀਂ ਕਿਤੇ ਵੀ ਜਾ ਕੇ ਪ੍ਰੂਫ ਕਢਵਾ ਸਕਦੇ ਹੋ। ਸਾਨੂੰ ਇੱਕ ਪਾਗਲ ਬਣਾਇਆ ਗਿਆ, ਐਂਡ 'ਚ ਜਾ ਕੇ ਕਹਿੰਦੇ ਤੁਹਾਡੀ ਭਰਤੀ ਰੱਦ ਕਰਤੀ। ਹੁਣ ਸਾਡਾ ਕੀ ਸਟੈਪ ਆ? ਹੁਣ ਇਹਨਾਂ ਦੀ ਪੰਚਾਇਤੀ ਵੋਟਾਂ ਆਉਣਗੀਆਂ, ਇਹਨਾਂ ਦੇ ਆਪਣੇ 24 ਦੇ ਵੋਟਾਂ ਆਉਣਗੀਆਂ, ਉਹ 'ਚ ਇਹਨਾਂ ਦਾ ਅਸੀਂ ਬਹੁਤ ਸੋਹਣਾ ਵੈਲਕਮ ਕਰਾਂਗੇ। ਜਿਵੇਂ ਸਾਡਾ ਕੱਖ ਇਹਨਾਂ ਨੇ ਨਹੀਂ ਛੱਡਿਆ, ਕੱਖ ਇਹਨਾਂ ਦਾ ਵੀ ਨਹੀਂ ਰਹਿਣਾ ਵੀਰੇ। ਜੇ ਸੋਚ ਲੈਣਗੇ ਨਾ ਪੰਜਾਬ 'ਚ ਬਣੀ ਰਹੂਗੀ ਸਰਕਾਰ, ਇਹਨਾਂ ਨੇ 5 ਸਾਲ ਜਿਹੜੇ ਰਾਜ ਕਰਨਾ ਸੀ ਕਰ ਲਿਆ, ਕਿਉਂਕਿ ਇਹਨਾਂ ਨੇ ਸਾਡਾ 1% ਵੀ ਕੁਝ ਨਹੀਂ ਸੋਚਿਆ। ਸਾਡੇ ਨਾਲ ਵਾਅਦਾ ਕਰਕੇ ਅਸੀਂ ਇਹਨਾਂ ਕੋਲ ਨਹੀਂ ਗਏ ਸੀ, ਅਸੀਂ ਕੋਈ ਵਾਅਦਾ ਨਹੀਂ ਕੀਤਾ ਸੀ, ਨਾ ਇਹਨਾਂ ਦੇ ਹੱਥ ਜੋੜੇ ਸੀ। ਗਗਨ ਅਨਮੋਲ ਭੈਣ ਸਾਡੇ ਕੋਲ ਆ ਕੇ ਧਰਨੇ 'ਚ ਬਹਿੰਦੀ ਸੀ, ਉਹ ਮੇਰੀ ਭੈਣ ਬੈਠੀ ਆ, ਕੁੜੀਆਂ ਸੋਹਣੀਆਂ ਘਰਾਂ 'ਚ ਲੱਗਦੀਆਂ, ਸਕੂਲਾਂ 'ਚ ਪੜ੍ਹਾਈਆਂ ਸੋਹਣ ਲੱਗਦੀਆਂ। ਇਹਨਾਂ ਨੂੰ ਪੁੱਛੋ ਆ ਭੈਣ ਹੁਣ ਕਿੱਥੇ ਬੈਠੀ ਸੋਹਣੀ ਲੱਗਦੀ ਆ। ਮਾਨਸਾ 'ਚ ਆਏ ਸੀ, ਮੇਰੇ ਮਾਨਸਾ ਜ਼ਿਲ੍ਹੇ ਦੇ ਆਉਂਦੇ ਨੇ, ਕਿਤੇ ਨਹੀਂ ਸਾਡੀ ਜਾਤ ਪੁੱਛੀ ਉਹਨਾਂ ਨੇ, ਕਿਉਂ ਨਹੀਂ ਪੁੱਛੀ? ਤੇ ਆਪਣੇ ਕੇਜਰੀਵਾਲ ਜੀ ਵੀ ਨਹੀਂ ਸਾਡੇ ਕੋਲ ਆਏ ਹੈਗੇ ਕਿਤੇ। ਸੰਗਰੂਰ ਕੇਜਰੀਵਾਲ ਜੀ ਨੇ ਕੱਲ ਆਣਾਗਾ, ਅੱਜ ਨੀਨਾ ਮਿੱਤਲ ਜੀ ਆ ਕੇ ਤਾਰ ਲਾਂਦੇ ਸਾਨੂੰ ਜਿੰਮੀ ਚੋਣਾਂ 'ਚ। ਚੱਕਿਆ ਨਾ ਮਜ਼ਾ ਇਹਨਾਂ ਨੇ, ਫਿਰ ਸਵਾਦ ਆਇਆ। ਮੈਂ ਕਹਿੰਦੀ ਹੁਣ ਇਦਾਂ ਦਾ ਹੀ ਸਵਾਦ ਆਊਗਾ ਜੇ ਸਾਡੇ 646 ਚੁੱਲ੍ਹਿਆਂ ਦੀ ਅੱਗ ਇਹਨਾਂ ਨੇ ਬੁਝਾਈ ਆ। ਤੇ ਹੁਣ ਇਹ ਸੋਚ ਲਓ ਕਿ ਇਹਨਾਂ ਨੂੰ ਬਦਦੁਆ ਲੱਗੂਗੀ ਜੇ ਸੋਚਣਗੇ ਨਾ ਕਿ ਸੋਸ਼ਲ ਮੀਡੀਆ ਨਾਲ ਅਸੀਂ ਸਰਕਾਰ ਆਈ ਆ, ਤੇ ਕੱਖ ਇਹਨਾਂ ਦਾ ਵੀ ਨਹੀਂ ਰਹਿਣਾ। ਸਰ ਤੁਸੀਂ ਇਹ ਦੇਖ ਲਓ, ਇਹਨਾਂ ਨੂੰ ਅਸੀਂ ਉਹ ਧੂਲ ਚਕਾਵਾਂਗੇ, ਹੁਣ ਇਹ ਯਾਦ ਕਰਨਗੇ। ਤੁਸੀਂ ਅਨਮੋਲ ਗਗਨ ਮਾਨ ਹੋਰਾਂ ਦੀ ਭੈਣੇ ਗੱਲ ਕੀਤੀ ਆ, ਤੁਹਾਡੇ ਹਲਕੇ ਦੇ ਨੇ, ਮਾਨਸਾ ਤੋਂ ਨੇ। ਉਸ ਵੇਲੇ ਤੁਹਾਡੇ ਹੱਕ ਦੇ ਵਿੱਚ ਆਏ, ਇਹ ਵੀ ਕਿਹਾ ਸੀ ਕਿ 6 ਮਹੀਨਿਆਂ ਤੋਂ ਕੁੜੀ ਜਿਹੜੀ ਆ ਉਹ ਨਾਤੀ ਨੀ ਟੈਂਕੀ ਤੇ ਬੈਠੀ ਆ। ਉਹਨਾਂ ਨਾਲ ਜਾ ਕੇ ਕਦੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਭੈਣ ਹੁਣ ਦੇਖ ਲਾ, ਮੈਂ ਉਹੀ ਸਿੱਪੀ ਸ਼ਰਮਾ ਜਿਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਨੇ ਕਦੇ ਆਪਣੀ ਭੈਣ ਬਣਾਇਆ ਸੀ, ਮੈਂ ਤਾਂ ਉਦੋਂ ਵੀ ਇਸ ਹਾਲਾਤ ਦੇ ਵਿੱਚ ਸੀ ਤੇ ਅੱਜ ਵੀ ਇਸ ਹਾਲਾਤ ਦੇ ਵਿੱਚ ਆ। ਵੀਰੇ ਪਹਿਲੀ ਗੱਲ ਤਾਂ ਮਿਲਦੇ ਨਹੀਂ, ਮਿਲੇ ਵੀ ਸਾਨੂੰ ਥੋੜਾ ਕੰਮ ਕਰ ਰਹੇ ਹਾਂ, ਥੋੜਾ ਕੰਮ ਹੋ ਰਿਹਾ ਪੋਜ਼ਿਟਿਵ ਰੋ। ਸਾਡੇ ਜਿਹੜੀ ਆਮ ਪਾਰਟੀ ਸਰਕਾਰ ਆ, ਸਾਡੇ ਕੇਜਰੀਵਾਲ ਜੀ ਨੇ ਵਾਅਦੇ ਦੇ ਬਹੁਤ ਪੱਕੇ ਨੇ। ਸੀਐਮ ਸਾਹਿਬ ਨੂੰ ਤੁਸੀਂ ਜਾਣਦੇ ਹੋ ਕਿੰਨੇ ਕੋਮਲ ਦਿਲ ਦੇ ਨੇ, ਇੱਕ ਟੀਚਰ ਦੇ ਬੇਟੇ ਨੇ, ਉਹ ਟੀਚਰ ਦੇ ਬੇਟੇ ਨੇ। ਮੈਂ ਕਹਿੰਦੀ ਮੈਂ ਕਿਹੜਾ ਕਿਸੇ ਅਫਸਰ ਦੀ ਬੇਟੀ ਆ, ਮੈਂ ਵੀ ਇੱਕ ਟੀਚਰ ਦੀ ਧੀ ਆ, ਮੈਂ ਵੀ ਇੱਕ ਮੀਡੀਅਮ ਫੈਮਿਲੀ ਚੋਂ ਆ। ਮੇਰੇ ਵਰਗੇ ਤੁਸੀਂ ਇਹ ਸੋਚੋ ਕਿ ਅਸੀਂ ਵਕੀਲਾਂ ਦੀ ਫੀਸਾਂ ਕਿਵੇਂ ਦਿੱਤੀਆਂ ਵੀਰੇ। ਇਹ ਤਾਂ ਚੰਗੀਆਂ ਕੁਰਸੀਆਂ ਲੈ ਕੇ ਬੈਠ ਗਏ, ਇਹ ਤਾਂ 7 ਪੀੜ੍ਹੀਆਂ ਦਾ ਜੋੜ ਲੈਣਗੇ। ਸਾਰੇ ਜਾਣਦੇ ਹੋ 7 ਪੀੜ੍ਹੀਆਂ ਤੇ ਇਕੱਠਾ ਕਰ ਲੈਣਗੇ, ਚਾਹੇ ਸਰਕਾਰ 5 ਸਾਲ ਰਵੇ, ਆਪਦੀ 7 ਪੀੜ੍ਹੀਆਂ ਤਾਂ ਇਕੱਠਾ ਕਰ ਜਾਣਗੇ। ਪਰ ਅਸੀਂ ਤਾਂ ਆਪਦੀ ਇੱਕ ਪੀੜ੍ਹੀ ਨੂੰ ਖਵਾਉਣ ਜੋਗੇ ਵੀ ਨਹੀਂ ਛੱਡੇ ਨਾ। ਤਾਂ ਜਿਹੜੇ ਅਸੀਂ ਅੱਜ ਪ੍ਰੈਜ਼ੈਂਟ ਦੇ ਟਾਈਮ 'ਚ ਖਾਣਾਗਾ, ਆਪਦੇ ਜਵਾਕਾਂ ਨੂੰ, ਆਪਦੇ ਭੈਣ ਭਰਾ ਨੂੰ, ਟੱਬਰ ਨੂੰ ਪਾਲਣਾਗਾ, ਉਹ ਕੀ ਕਰਨਗੇ? ਜਿਨ੍ਹਾਂ ਦੀ ਏਜ ਓਵਰ ਹੋਊਗੀ ਕਿੱਥੇ ਜਾਣਗੇ? ਇਹ ਕਿੱਥੋਂ ਬਦਦੁਆ ਲੈ ਲੈਣਗੇ? ਕਿਸੇ ਦੀ ਹਾਏ ਨਹੀਂ ਲੈਣੀ ਚਾਹੀਦੀ, ਪਰ ਇਹ ਸਰਕਾਰ ਨੇ ਹਾਏ ਲੈਤੀ ਆ ਤੇ ਇਹ ਮਜ਼ਾ ਹੁਣ ਚੱਕਣਗੇ। ਕਿਤੇ ਵੀ ਮਿਲਣਗੇ ਇਹਨਾਂ ਨੂੰ, ਹੁਣ ਅਸੀਂ ਟੱਕਰਾਂਗੇ, ਪਿੰਡ ਪਿੰਡ ਜਾ ਕੇ ਇਹਨਾਂ ਦੀ ਭੰਡੀ ਕਰਾਂਗੇ। ਜਿਵੇਂ ਇਹਨਾਂ ਨੇ ਘਰ ਘਰ ਜਾ ਕੇ ਵੋਟ ਮੰਗੀ, ਪਿੰਡਾਂ 'ਚ ਸ਼ੁਰੂਆਤ ਕੀਤੀ ਸੀ ਨਾ, ਪਿੰਡਾਂ ਦੇ ਲੋਕ ਹੁਣ ਇੰਨੇ ਜਾਗਰੂਕ ਹੋ ਚੁੱਕੇ ਨੇ ਵੀ ਸੋਸ਼ਲ ਮੀਡੀਆ ਤੋਂ ਹੀ ਸਰਕਾਰ ਆਈ ਆ। ਪਰ ਇਹ ਭੁੱਲ ਗਏ ਕਿ ਹੁਣ ਪਿੰਡਾਂ ਦੇ ਜਿਹੜੇ ਬਾਬੇ ਉਹ ਬਹਿੰਦੇ ਨੇ ਇਕੱਠ ਬਣਾ ਕੇ, ਉਹਨਾਂ ਕੋਲ ਫੋਨ ਨੇ। ਜਿਹੜੇ ਬੱਚੇ ਬਹਿੰਦੇ ਨੇ ਉਹ ਦੱਸਦੇ ਬਾਪੂ ਅੱਜ ਫੋਨ 'ਚ ਆ ਆਇਆ। ਹੁਣ ਉਹੀ ਬਾਪੂ, ਉਹੀ ਬੱਚੇ, ਜਿਹੜੇ ਨੌਜਵਾਨ ਇਹਨਾਂ ਨੇ ਭਗਵੰਤ ਮਾਨ ਜੀ ਨੇ ਮੋਟੀਵੇਟ ਕੀਤੇ ਸੀ, ਉਹ ਹੁਣ ਇੰਨੇ ਮੋਟੀਵੇਟ ਹੋ ਚੁੱਕੇ ਨੇ ਕਿ ਉਹੀ ਇਹਨਾਂ ਨੂੰ ਮਜ਼ਾ ਚੁਕਾਉਣਗੇ। ਕਿਉਂਕਿ ਇਹਨਾਂ ਨੇ ਗੱਲਾਂ 'ਚ ਤਾਂ ਲੈ ਲਿਆ ਸਾਨੂੰ, ਕਿਉਂਕਿ ਆਪਾਂ ਤੰਗ ਸੀ। ਮੈਂ ਕਹਿੰਦੀ ਆਪਾਂ 2 ਸਰਕਾਰਾਂ ਤੰਗ ਸੀ, ਪਰ ਮੈਂ ਅੱਜ ਦੇ ਟਾਈਮ 'ਚ ਕਹਿੰਦੀ ਉਹ ਬਹੁਤ ਚੰਗੀਆਂ ਸੀ। ਕਿਉਂ ਕਿ ਚੰਗੀਆਂ ਸੀ? ਕਿਉਂਕਿ ਕਿਤੇ ਨਾ ਕਿਤੇ ਸਾਡੇ 'ਚ ਸਾਹ ਸੀ, ਸਾਨੂੰ ਖਤਮ ਤਾਂ ਨਹੀਂ ਕੀਤਾ ਸੀ। ਅਕਾਲੀ ਸਰਕਾਰ ਨੇ ਸਾਡੀ ਪੋਸਟਾਂ ਕੱਢੀਆਂ, ਕਾਂਗਰਸ ਸਰਕਾਰ ਜਾਂਦੀ ਜਾਂਦੀ ਇਹ ਕਹਿ ਗਈ, ਜਦੋਂ ਅਸੀਂ ਟੈਂਕੀ ਤੇ ਬੈਠੇ ਸੀ ਵੀਰੇ ਮੁਹਾਲੀ ਤੇ, ਚੰਨੀ ਸਰਕਾਰ ਸੀ, ਕਿ ਸੀਐਮ ਲਗਾਈ ਉਹਨਾਂ ਨੇ ਕਿ ਸਾਨੂੰ 646 ਪੀਟੀ ਚਾਹੀਦੇ ਨੇ, ਠੀਕ ਹੈ। ਤੇ ਮਹਾਬੀਰ ਸੰਧੂ ਜੀ ਨੇ, ਜੱਜ ਸਾਹਿਬ ਨੇ ਇਹ ਕਿਹਾ ਕਿ ਇਹਨਾਂ ਦੀ ਮੈਰਿਟ ਲਿਸਟ ਦੇ ਭਰਤੀ ਕੀਤੀ ਜਾਵੇ, ਤੇ ਡਿਪਾਰਟਮੈਂਟ ਜਿਹੜਾ ਇਹਨਾਂ ਦੀ ਪੁਰਾਣੀਆਂ ਭਰਤੀਆਂ ਚੱਕ ਲਓ, ਕਿਸੇ ਵਿੱਚ ਇਹਨਾਂ ਨੇ ਐ ਨਹੀਂ ਲਿਖਿਆ ਵੀ ਆਹ ਭਰਤੀ ਇੱਦਾਂ ਹੋਣੀ ਚਾਹੀਦੀ, ਆਹ ਕੋਟਾ ਐਵੇਂ ਹੋਣਾ ਚਾਹੀਦਾ, ਇਹ ਸਿੱਧੀ ਕਰਦੇ। ਡਿਪਾਰਟਮੈਂਟ ਗਲਤੀਆਂ ਕਰਦਾ, ਸਾਡੀ ਕੀ ਗਲਤੀ ਆ? ਸਾਡੇ 13 ਸਾਲ ਕੌਣ ਮੋੜੂਗਾ? ਤੁਸੀਂ ਤਾਂ ਇੱਕ 5 ਸਾਲ 'ਚ ਆਪਦੀ 7 ਪੀੜ੍ਹੀਆਂ ਜੋੜ ਲੀਆਂ, ਤੇ ਸਾਡੇ 13 ਸਾਲਾਂ 'ਚ ਤਾਂ ਧੱਕੇ ਖਾਂਦੇ ਰਹੇ, ਜਿਹੜੇ ਡਾਂਗਾ ਖਾਦੀਆਂ, ਕੁੱਟ ਮਾਰ ਖਾਦੀ, ਪੈਸੇ ਲਾਏ, ਇੱਜ਼ਤ ਗਈ, ਕੀ ਗਿਆ? ਉਮਰਾਂ ਗਈਆਂ ਸਾਡੀਆਂ, ਸਾਡੇ 'ਚ ਕੀ ਰਿਹਾ ਵੀਰੇ? ਤੁਸੀਂ ਦੱਸੋ। ਸਰਕਾਰ ਨੂੰ ਮੈਂ ਪੁੱਛਣਾ ਚਾਹੁੰਦੀ ਹਾਂ, ਹਰਜੋਤ ਬੈਂਸ ਸਾਹਿਬ ਜੀ ਨੂੰ, ਭਗਵੰਤ ਮਾਨ ਜੀ ਨੂੰ ਤੇ ਕੇਜਰੀਵਾਲ ਜੀ ਨੂੰ, ਮੈਨੂੰ ਇਹ ਦੱਸੋ ਕਿ ਸਾਡੇ 13 ਸਾਲ ਦਾ ਮੁੱਲ ਕੀ ਮੋੜੋਗੇ? ਤੁਸੀਂ ਜਿਹੜੇ ਸੌਆਂ ਖਾਂਦੇ ਹੋ, ਜਿਹੜੇ ਵਾਅਦੇ ਕੀਤੇ ਵੋਟਾਂ ਤੋਂ ਪਹਿਲਾਂ, ਕਿ ਤੁਹਾਡੇ ਵਾਅਦੇ ਸਿਰਫ ਇੱਕ ਝੂਠੇ ਨੇ, ਇੱਕ ਵੋਟਾਂ ਲਈ ਤੁਸੀਂ ਭੈਣ ਭਰਾ ਦਾ ਰਿਸ਼ਤਾ ਬਣਾਉਣਾ। ਤੁਸੀਂ ਤਾਂ ਭੈਣ ਭਰਾ ਦਾ, ਇੱਕ ਧਰਮ ਦਾ ਰਿਸ਼ਤਾ, ਮੈਂ ਕਹਿੰਦੀ ਹਾਂ ਲੋਕ
ਧਰਮ ਭੈਣ ਦਾ ਰਿਸ਼ਤਾ ਜਿਹੜਾ ਸੀ ਨਾ ਉਹ ਵੀ ਲੀਰੋ ਲੀਰ ਕਰਤਾ। ਅੱਜ ਦੇ ਟਾਈਮ 'ਚ ਲੋਕ ਕਹਿਣਗੇ ਵੀ ਜਦੋਂ ਏਡੇ ਵੱਡੇ ਲੋਕ ਮੁੱਕਰ ਜਾਂਦੇ, ਅੱਜ ਦੇ ਲੋਕ ਧਰਮ ਦੀ ਭੈਣ ਬਣਾਉਣ ਲੱਗੇ ਵੀ, ਭਰਾ ਬਣਾਉਣ ਲੱਗੇ ਵੀ 100 ਵਾਰ ਸੋਚਣਗੇ। ਜਿਹੜੀ ਤੁਸੀਂ ਮੇਰੇ ਤੇ ਲਾਹਨਤਾਂ ਪਾਈਆਂ ਨੇ, ਮੇਰੀ ਡੋਂਡੀ ਪਿੱਟੀ ਗਈ, ਬੇਇੱਜ਼ਤੀ ਇੱਕ ਤਰ੍ਹਾਂ ਦੀ ਵੀਰੇ, ਬੇਇੱਜ਼ਤੀ ਮੰਨੀ ਆ, ਮੈਂ ਬੇਇੱਜ਼ਤੀ ਮੰਨਦੀ ਆ। ਮੈਂ ਤੁਹਾਨੂੰ ਭਰਾ ਕਹਿਤਾ, ਆਪਾਂ ਭਰਾ ਬਣ ਕੇ ਤੁਸੀਂ ਆਪਾਂ ਗੱਲ ਮੰਨੇ ਝਾਰਕਣਗੇ ਵੀ ਤੇਰਾ ਭਰਾ ਗਾ, ਤੇਰੀ ਗੱਲ ਨਹੀਂ ਸੁਣੀ ਆਪਾਂ। ਮੈਂ ਕਹਿੰਦੀ ਆ, ਮੈਂ ਪਹਿਲਾਂ ਵੀ ਕਹਿੰਦੀ ਆ, ਭਰਾ ਜਿੰਨੇ ਵੀ ਜੋਗਾ ਹੋਵੇ ਉਹਦੇ ਭੈਣ ਭਰਾ ਲਈ ਕਰਦਾ ਗਾ। ਮੈਂ ਨਹੀਂ ਕਹਿੰਦੀ ਕਿ ਆਪਾਂ ਖੂਨ ਦੇ ਰਿਸ਼ਤੇ ਆ ਬਈ ਜਾ ਪਾਓ ਕਹਿ ਰਿਹਾ। ਤੁਸੀਂ ਵਾਅਦਾ ਕੀਤਾ, ਤੁਸੀਂ ਭੈਣ ਕਹੀ, ਕਮ ਸੇ ਕਮ ਤੁਸੀਂ ਐਂ ਤਾਂ ਦੇਖੋ 646 ਨਾਲ ਹੋਇਆ ਕੀ ਆ, ਜਿਹੜੀ 12 ਸਾਲ ਤੋਂ ਲਟਕਦੀ ਆ ਰਹੀ ਆ। ਤੁਸੀਂ ਕਹਿ ਰਹੇ ਅਸੀਂ ਇਨਸਾਫ ਕਰਦੇ ਆ, ਜਿਹੜੇ ਅਫਸਰ ਘੁਟਾਲਾ ਕਰਦੇ ਨੇ, ਬੇਈਮਾਨ ਨੇ, ਪੈਸੇ ਲੈਂਦੇ ਨੇ, ਅਸੀਂ ਉਹਨਾਂ ਨੂੰ ਜੜ ਤੋਂ ਪੱਟ ਕੇ ਸਿੱਟ ਦਾਨੇ ਆ। ਇਹਨਾਂ ਨੇ ਸਾਡੇ ਮਾਨਸਾ ਜ਼ਿਲ੍ਹੇ ਦੇ ਵਿਜੇ ਸਿੰਗਲਾ ਜੀ ਨੂੰ ਕੱਢਿਆ, ਉਹਨਾਂ ਨੂੰ ਕੀਤਾ ਕੀ ਪ੍ਰੂਫ ਪੇਸ਼ ਕੀਤਾ ਕਿ ਉਹ ਬੇਈਮਾਨ ਸੀ। ਜੇ ਤੁਸੀਂ ਕਰਦੇ ਫਿਰ ਡਿਪਾਰਟਮੈਂਟ ਨੂੰ ਕਿਉਂ ਨਹੀਂ ਚਾਹੁੰਦੇਗੇ? ਆਪਦੇ ਇੱਕ ਲੀਡਰ ਨੂੰ ਤੁਸੀਂ ਬਾਹਰ ਕੱਢਤਾ, ਮੇਰਾ ਹੱਕ ਨਹੀਂ ਹੈਗਾ ਵਿਜੇ ਸਿੰਗਲਾ ਜੀ ਦਾ ਨਾਮ ਲੈਂਦਾ, ਪਰ ਮੈਂ ਇੱਕ ਦਾਦੀ ਹਾਂ। ਤੁਸੀਂ ਉਹਨਾਂ ਤੇ ਵੀ ਇੱਕ ਤੋਹਮਤ ਲਾਈ ਕਿ ਜੀ ਉਹਨਾਂ ਨੇ ਇਦਾਂ ਕੀਤਾ, ਤੁਸੀਂ ਉਹ ਕੀਤਾ। ਪਰ 646 ਦੀ ਕੀ ਗਲਤੀ ਹੈ ਪੀਟੀ ਦੀ, ਜੋ 13 ਸਾਲ ਤੋਂ ਇੱਕ ਭਟਕ ਰਹੇ ਨੇ, ਕਿਤੇ ਟੈਂਕੀਆਂ ਤੇ ਚੜ੍ਹਦੇ ਨੇ, ਕਿਤੇ ਕੁੱਟ ਖਾਂਦੇ ਨੇ। ਪਹਿਲਾਂ ਉਹਨਾਂ ਤੋਂ, ਦੂਜੀਆਂ ਸਰਕਾਰਾਂ ਤੋਂ ਕੁੱਟ ਖਾਧੀ, ਪਰ ਮੈਂ ਕਹਿੰਦੀ ਉਹਨਾਂ ਦੀ ਕੁੱਟ ਦਾ ਸਾਨੂੰ ਦੁੱਖ ਨਹੀਂ ਹੈਗਾ, ਕਿਉਂਕਿ ਅਸੀਂ ਕਿਤੇ ਨਾ ਕਿਤੇ ਹੈਗੇ ਸੀ। ਪਰ ਇਹਨਾਂ ਤਾਂ ਜੰਮਾ ਹੀ ਪੱਠਾ ਬਿਠਾਤਾ, ਸਾਡਾ ਜੰਮਾ ਹੀ ਖਤਮ ਕਰਤਾ ਵੀਰੇ। ਹੁਣ ਅਸੀਂ ਕੀ ਕਰਾਂਗੇ, ਕਿੱਥੇ ਜਾਈਏ? ਹੁਣ ਆਸ ਬਚੀ ਨਹੀਂ ਕੋਈ ਵੀ ਵੀਰੇ, ਅਸੀਂ ਤਾਂ ਮਰ ਗਏ, ਸਾਡੀ ਆਸ ਕੋਈ ਨਹੀਂ ਬਚੀ ਹੈਗੀ ਸਰਕਾਰ ਤੇ। ਸੀਐਮ ਸਾਹਿਬ ਚਾਹੁਣ ਤਾਂ ਕੀ ਨਹੀਂ ਕਰ ਸਕਦੇ, ਸਰਕਾਰਾਂ ਕੀ ਨਹੀਂ ਕਰ ਸਕਦੀਆਂ। ਚਾਹੁਣ ਤਾਂ ਇਹ ਕਹਿ ਸਕਦੇ ਨੇ ਵੀ ਅਸੀਂ ਭਰਤੀ ਕਰਨਾ ਚਾਹੁੰਦੇ ਹਾਂ, ਜੇ ਨਹੀਂ ਕਰਨਗੇ ਫਿਰ ਦੇਖੋ ਜੀ ਵੋਟਾਂ ਇਹਨਾਂ ਦੀ ਵੀ ਆ ਰਹੀਆਂ ਨੇ, ਘਰ ਘਰ ਜਾਵਾਂਗੇ। ਸਾਡੇ ਤਾਂ ਹੁਣ ਵਿਹਲੇ ਹੋ ਗਏ ਆ, ਕਿਵੇਂ ਖਾਂਦੇ ਸੀ ਕਿਵੇਂ ਨਹੀਂ, ਤੇ ਸਰਕਾਰ ਇਹਨਾਂ ਦੀ ਵੀ ਨਹੀਂ ਰਹਿਣ ਦੇਵਾਂਗੇ, ਕਿਉਂਕਿ ਇਹਨਾਂ ਨੇ ਵਾਅਦੇ ਤੋਂ ਮੁੱਕਰੇ ਨੇ, ਝੂਠੇ ਵਾਅਦੇ ਕੀਤੇ ਨੇ ਨੌਜਵਾਨ ਪੀੜ੍ਹੀ ਨਾਲ, ਹਰ ਇੱਕ ਟੀਚਰ ਨਾਲ। ਮੈਂ ਕਹਿੰਦੀ ਹਾਂ ਇਹਨਾਂ ਨੇ ਉਹ ਵਾਅਦਾ ਕੀਤਾ ਧਰਨਿਆਂ 'ਚ ਜਾ ਕੇ ਵੋਟਾਂ ਵੇਲੇ ਸਾਨੂੰ, ਆਪਾਂ ਮੈਂ ਕਹਿੰਦੀ ਹਾਂ ਇੱਕ ਨੌਜਵਾਨ ਬੱਚਿਆਂ ਨੇ, ਕੁੜੀਆਂ ਮੁੰਡਿਆਂ ਨੇ ਆਪਦੇ ਮੰਮੀ ਡੈਡੀ ਨੂੰ, ਬਾਪੂਆਂ ਨੂੰ, ਦਾਦਿਆਂ ਨੂੰ, ਸਾਰੇ ਘਰ ਦੇ ਮੈਂਬਰਾਂ ਨੂੰ, ਆਸ ਪੜੋਸ ਨੂੰ ਕਿਹਾ ਵੀ ਆਪਾਂ ਸਰਕਾਰ ਬਦਲਣੀ ਆ, ਆਪਾਂ ਦੂਜਿਆਂ ਤੋਂ ਤੰਗ ਆ, ਆਪਾਂ ਨੇ ਨਾ ਬਦਲਿਆ। ਹੁਣ ਜਦੋਂ ਉਹਨਾਂ ਦੇ ਬੱਚੇ ਦੁਖੀ ਨੇ, ਆਪਾਂ ਨੇ ਬਦਲਾਈ ਸਰਕਾਰ ਆਪਣੇ ਘਰਦਿਆਂ ਨੂੰ, ਹੁਣ ਉਹਨਾਂ ਦੇ ਬੱਚੇ ਦੁਖੀ ਨੇ, ਮਾਪੇ ਤਾਂ ਦੁਖੀ ਹੋਣਗੇ। ਹੁਣ ਦੱਸੋ ਮਾਪੇ ਬੱਚਿਆਂ ਦੇ ਇਹ ਸਰਕਾਰ ਨੂੰ ਆਉਣ ਦੇਣਗੇ? ਇਹਨਾਂ ਨੇ ਜਿੰਨਾ ਤੋਂ ਜਿੱਤੇ ਨੇ ਉਹਨਾਂ ਦੇ ਬਹੁਤ ਬੜੀ ਧੋ ਕੇ ਜੁੱਤੀ ਮਾਰੀ ਇਹਨਾਂ ਨੇ, ਸਿਉਣੇ ਦੀ, ਪਾਪਾ ਕਰੋ ਚਮੜੇ ਦੀ ਮਾਰ ਲਓ, ਇਹਨਾਂ ਦੇ ਪਿਓ ਪਿਓ ਕੇ ਜੁੱਤੀਆਂ ਮਾਰੀਆਂ ਸਾਡੇ। ਜਿਨ੍ਹਾਂ ਦੇ ਬੱਚੇ ਦੁਖੀ ਹੈ, ਜਿੰਨਾ ਤੁਸੀਂ ਵੋਟਾਂ ਲਈਆਂ ਉਹਨਾਂ ਤੋਂ ਤੁਸੀਂ ਵੋਟਾਂ ਹੁਣ ਫੇਰ ਲੈਣੀਆਂ ਨੇ। 646 ਆ ਨੇ, ਤੁਸੀਂ ਆ ਦੇਖ ਲਓ 646 ਆ, ਪੇਕੇ ਲਾ ਲਓ, ਸਹੁਰੇ ਲਾ ਲਓ, ਆਸ ਪੜੋਸ ਲਾ ਲਓ, ਮਾਸੀ, ਆਪਾਂ ਸਾਰਿਆਂ ਨੇ ਪਾਣੀ। ਮੈਂ ਨਹੀਂ ਕਹਿੰਦੀ ਇਕੱਲੇ 646 ਨੇ, ਹੋਰ ਪੀਟੀ ਟੀਚਰ ਸਾਰੇ ਜਥੇਬੰਦੀਆਂ ਜਿੰਨੇ ਵੀ ਲੋਕ ਧਰਨਾ ਦਿੰਦੇ ਨੇ, ਮੈਨੂੰ ਕਹਿਣਗੇ ਵੀ ਗੱਲ ਘੁੰਮ ਗਈ। ਪਰ ਮੈਂ ਕਹਿੰਦੀ ਜਿੰਨੇ ਵੀ ਦੁਖੀ ਆ ਤੁਸੀਂ ਉਹਨਾਂ ਤੋਂ ਵੋਟਾਂ ਲੈਣੀਆਂ ਨੇ, ਪਰ ਵੋਟਾਂ ਅਸੀਂ ਦੇਣੀਆਂ ਨੇ ਤੁਹਾਨੂੰ। ਤੁਸੀਂ ਸਾਨੂੰ ਦੁਖੀ ਕੀਤਾ ਨਾ, ਵੋਟ ਨਹੀਂ ਮਿਲਦੀ ਵੀਰੇ। ਪਰ ਇਹ ਤਾਂ ਕਹਿੰਦੇ ਸੀ ਵੀ ਅਸੀਂ ਆਮ ਘਰਾਂ ਦੇ ਵਿੱਚ ਉੱਠੇ ਹੋਏ ਹਾਂ, ਆਮ ਦੀ ਗੱਲ ਪਹਿਲਿਆਂ ਨੇ ਨਹੀਂ ਸੁਣੀ, ਅਸੀਂ ਆਏ ਹਾਂ, ਅਸੀਂ ਆਮ ਦੀ ਗੱਲ ਅਸੀਂ ਸੁਣਾਂਗੇ। ਵੀਰੇ ਆਮ ਨੇ ਤਾਂ ਮੈਨੂੰ ਐ ਦੱਸੋ ਕਿੰਨੀ ਫੋਰਸ ਨਾਲ ਹੁੰਦੀ ਆ। ਸੀਐਮ ਸਾਹਿਬ ਜੀ ਮਿਲੇ ਨੇ, ਉਦੋਂ ਕਹਿੰਦੇ ਸੀ ਆਮ ਪਬਲਿਕ ਨੂੰ ਮਿਲਾਂਗੇ। ਆ ਪਟਿਆਲੇ ਇਹਨਾਂ ਨੇ ਜਾਣਾ ਸੀ, ਸੌਰੀ ਬਠਿੰਡੇ ਆਣਾ ਸੀ, 4 ਵਜੇ ਦਾ ਟਾਈਮ ਦਿੱਤਾ। ਇਹਨਾਂ ਨੂੰ ਪਤਾ ਸੀ ਵੀ ਧਰਨੇ ਵਾਲੇ ਲੋਕ ਆਣਗੇ, ਜਿੰਦਾਬਾਦ ਜਿੰਦਾਬਾਦ ਤਾਂ ਹੋਣਾ ਨਹੀਂ, ਮੁਰਦਾਬਾਦ ਹੋਣਾ। ਆਏ ਕਿੰਨੇ ਵਜੇ? 7 ਵਜੇ। ਦਿਮਾਗ ਲਾ ਗਏ ਲੋਕ, ਸਮਝ ਗਏ ਅਗਲੀ ਵਾਰ ਤੁਹਾਡੇ ਬਾਈ 7 ਵਜੇ ਆਓ, 9 ਵਜੇ ਆਓ, ਤੁਹਾਡੇ ਦਰਾਂ 'ਚ ਹੀ ਬੈਠੇ ਮਿਲਣਗੇ। ਅਸੀਂ ਵੀ ਇੰਨੇ ਚਲਾਕ ਹੋ ਗਏ, ਹੁਣ ਨਹੀਂ ਤੁਹਾਡਾ ਖੜਾ ਛੱਡਦੇ। ਹੁਣ ਇੰਨੀ ਆਮ ਤੁਹਾਨੂੰ ਲੱਗਦੀ ਆਮ ਤੋਂ ਖਾਸ ਇਹ ਤਾਂ ਕਹਿਣ ਦੀ ਗੱਲਾਂ ਸੀ ਜੀ, ਉਹਨੇ ਆਏ ਆ, ਅਸੀਂ ਆਮ ਲੋਕ ਆ, ਆਮ ਘਰਾਂ 'ਚੋਂ ਆਏ ਨੇ। ਪਰ ਮੈਂ ਕਹਿੰਦੀ ਆ ਵੀ ਇੱਕ ਕਹਾਵਤ ਆ ਵੀ ਛੋਟਾ ਢਿੱਡ ਸੀ ਬਾਹਲਾ ਖਾ ਲਿਆ, ਉਹ ਆਫਰ ਗਿਆ ਵੀਰੇ, ਸਮਝ ਗਏ ਨਾ। ਛੋਟਾ ਮੂੰਹ ਸੀ, ਜਦੋਂ ਬਾਹਲਾ ਆਫਰ ਗਿਆ, ਇੰਨੀ ਆਪਣੀ ਉਹ ਹੈ ਨਹੀਂ ਸੀ ਤੇ ਮਿਲ ਜ਼ਿਆਦਾ ਗਿਆ। ਉਮੀਦ ਇੰਨੀ ਹੈ ਨਹੀਂ ਸੀ ਆਮ ਪਾਰਟੀ ਨੂੰ, ਮਿਲ ਜ਼ਿਆਦਾ ਗਿਆ। ਪਰ ਹੁਣ ਉਹ ਹਾਜ਼ਮ ਨਹੀਂ ਆ ਰਿਹਾ, ਫਿਰ ਹਾਜ਼ਮ ਤਾਂ ਕਰਨਾ ਪਊਗਾ ਨਾ। ਜਦੋਂ ਹੁਣ ਕੁਰਸੀਆਂ, ਮੈਂ ਤਾਂ ਇਹਨਾਂ ਨੂੰ ਕਹਿੰਦੀ ਹਾਂ ਆਪਦੀ ਕੁਰਸੀ ਦੇ ਚਾਰੇ ਪਾਵੇ ਮਜ਼ਬੂਤ ਕਰ ਲਓ ਵੀਰੇ। ਆਮ ਪਾਰਟੀ ਨੂੰ ਕਹਿ ਰਹੀ ਹਾਂ ਜੀ ਮਜ਼ਬੂਤ ਕਰ ਲਓ। ਸਿੱਖਿਆ ਮੰਤਰੀ ਜੀ ਤੁਸੀਂ ਤਾਂ ਇੰਨੇ ਧੋਖੇਬਾਜ਼ ਹੋ। ਇੱਕ ਵਾਰ ਤੁਸੀਂ, ਮੈਂ ਜਦੋਂ ਟੈਂਕੀ ਤੇ ਚੜ੍ਹੀ ਸੀ, ਹੁਣ ਆਪਣੇ ਕਰਵਾ ਚੌਥ ਵੇਲੇ, ਦੀਵਾਲੀ ਤੋਂ ਪਹਿਲਾਂ, ਤੁਸੀਂ ਕਹਿੰਦੇ ਸੀ ਕੁਝ ਜਥੇਬੰਦੀਆਂ ਪਬਲਿਸਿਟੀ ਲੈਣ ਤੋਂ ਲਈ ਸਾਡੇ ਲਈ ਧਰਨੇ ਦਿੰਦੀਆਂ ਨੇ, ਇੱਦਾਂ ਕਰਦੀਆਂ ਨੇ, ਸਾਨੂੰ ਕਹਿੰਦੇ ਪਬਲਿਸਿਟੀ। ਇੱਕ ਗਰੀਬ ਬੰਦਾ ਬੇਰੁਜ਼ਗਾਰ ਪਬਲਿਸਿਟੀ ਲਈ, ਕੈਮਰੇ 'ਚ ਆਉਣ ਲਈ ਸਾਨੂੰ ਕੁਝ ਮਿਲ ਰਿਹਾਗਾ? ਅਸੀਂ ਇੱਕ ਰੁਜ਼ਗਾਰ ਮੰਗਦੇ ਹਾਂ,
ਪਬਲਿਸਿਟੀ ਸਾਨੂੰ ਨਹੀਂ ਚਾਹੀਦੀ, ਉਹ ਤੁਹਾਨੂੰ ਚਾਹੀਦੀ ਆ। ਜਿਹੜੇ ਉਦੋਂ ਕੱਚੇ ਮੁਲਾਜ਼ਮਾਂ ਦੀ ਝੂਠੀਆਂ ਵੀਡੀਓ ਬਣਵਾ ਕੇ ਪਵਾਈਆਂ ਸੀ ਨਾ, ਇਹ ਤਾਂ ਜਿਉਂ ਹੀ ਕਰੀ ਜਾਂਦੇ ਨੇ। ਪਰ ਉਹਨਾਂ ਦੇ ਵੀ ਇੱਕ ਇਹਨਾਂ ਨੇ ਧੋਖਾ ਦਿੱਤਾ ਉਹਨਾਂ ਨੂੰ, ਠੀਕ ਹੈ। 646 ਨਾਲ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਦੀ ਸਹੁੰ ਖਾਧੀ ਕਿ ਮੇਰੀ ਭੈਣੇ ਥੱਲੇ ਆ ਜਾ, ਮੈਂ ਗੁਰੂ ਗੋਬਿੰਦ ਸਿੰਘ ਦੀ ਸਹੁੰ ਖਾਣਾ, ਤੁਹਾਡੀ ਭਰਤੀ ਕਰਨਗੇ। ਮੈਂ ਕਹਿੰਦੀ ਸਿੱਖਿਆ ਮੰਤਰੀ ਜੀ ਤੁਹਾਡੀ ਇੱਜ਼ਤ ਕਰਦੇ ਆ, ਮਾਣ ਦਿੰਦੇ ਆ ਤੁਹਾਨੂੰ ਕਿ ਤੁਹਾਡੇ ਜਿਹਾ ਗੱਪੀ ਬੰਦਾ ਮੈਂ ਦੁਨੀਆ 'ਚ ਕੋਈ ਨਹੀਂ ਦੇਖਣਾ। ਤੁਸੀਂ ਇੱਕ ਦਸਤਾਰ ਸਜਾਉਂਦੇ ਹੋ ਸਿਰ 'ਤੇ, ਤੁਸੀਂ ਇੱਕ ਗੁਰੂਆਂ ਦੀ ਧਰਤੀ ਦੇ ਹੋ ਕੇ ਬੰਦੇ ਗੁਰੂ ਗੋਬਿੰਦ ਸਿੰਘ ਦੀ ਝੂਠੀ ਸਹੁੰ ਖਾ ਲਈ। ਜੇ ਸਾਡੇ ਵਰਗਾ ਇੱਕ ਬੰਦਾ ਖਾਂਦਾ, ਮੈਂ ਕਹਿੰਦੀ ਪਤਾ ਕੀ ਮੁੱਦੇ ਬਣ ਜਾਣੇ ਸੀ। ਬਣਦੇ ਕਿ ਨਹੀਂ ਬਣਦੇ? ਇਸ਼ੂ ਕ੍ਰੀਏਟ ਕਰ ਦਿੰਦੇ ਚੀਜ਼ਾਂ ਤੇ ਇਹ ਹੁਣ ਭੁਗਤਣਗੇ ਆਪਦਾ। ਮੈਂ ਤਾਂ ਇਹ ਕਹਿੰਦੀ ਆ, ਆਪਾਂ ਤਾਂ ਕਹਿੰਦੇ ਬਾਪੂ ਖੰਡੇ ਵਾਲਾ ਦੇਖੂਗਾ ਇਹਨਾਂ ਨੂੰ। ਜੇ ਹੁਣ ਇਹਨਾਂ ਨੇ ਸਾਡੇ ਨਾਲ ਪੰਗਾ ਲੈਤਾ, ਇਹ ਮਾਲਕ ਆਪੇ ਇਹਨਾਂ ਨੂੰ ਦੇਖੂਗਾ। ਹੁਣ ਤਾਂ ਭੈਣੇ ਫਿਰ ਬੇਰੁਜ਼ਗਾਰ ਹੋ ਕੇ ਬਹਿ ਗਏ ਵੀਰੇ। ਹੁਣ ਸਾਨੂੰ ਇਹਨਾਂ ਨੇ ਇੰਨਾ ਬੇਲਾ ਕਰਤੇ, ਕਹਿੰਦੇ ਵੀ ਘਰ ਘਰ ਜਾ ਕੇ ਸਾਡੀ ਭੰਡੀ ਕਰੋ। ਸਾਨੂੰ ਇਹਨਾਂ ਨੇ ਇਹ ਸੇਵਾ ਦਿੱਤੀ ਆ, ਮੇਰੇ ਭਰਾ ਵੀਰ ਨੇ, ਭਗਵੰਤ ਮਾਨ CM ਜੀ ਨੇ ਤੇ ਕੇਜਰੀਵਾਲ ਜੀ ਨੇ ਆਪਣੇ 92 MLA ਨੂੰ ਸਾਨੂੰ 646 PTO ਨੂੰ ਇੱਕ ਸੇਵਾ ਦਿੱਤੀ ਆ। ਮੈਨੂੰ ਗਿਫਟ ਦਿੱਤਾ ਰੱਖੜੀ ਦਾ ਕਿ ਵੋਟਾਂ ਆ ਰਹੀਆਂ ਨੇ, ਘਰ ਘਰ ਜਾ ਕੇ ਸਾਡੀ ਡੋਂਡੀ ਪਿੱਟੋ, ਸਾਨੂੰ ਲੋਕ ਵੋਟਾਂ ਨਾ ਮਾਰਨ, ਸਾਡੇ ਜੁੱਤੀਆਂ ਮਾਰਨ, ਤੁਸੀਂ ਲੋਕਾਂ ਨੂੰ ਜਾਗਰੂਕ ਕਰੋ ਕਿ ਅਸੀਂ ਇਹ ਕੁਰਸੀ ਤੇ ਬਹਿ ਕੇ ਨਾਗ ਬਣ ਗਏ, ਸ਼ੇਸ਼ ਨਾਗ ਹੋ ਗਏ, ਡੰਗ ਮਾਰਨ ਵਾਲੇ। ਵੀ ਇੱਕ ਆਪਾਂ ਕਹਿੰਦੇ ਨਾ ਵੀ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਆਊਗਾ, ਤੁਸੀਂ ਸੁਣਿਆ ਕਿ ਆਈ ਸੀ, ਮਹਾਰਾਜਾ ਰਣਜੀਤ ਸਿੰਘ ਦਾ ਖਿਤਾਬ ਦਿੱਤਾ, ਕਿਤੇ ਮਹਾਰਾਜਾ ਰਣਜੀਤ ਸਿੰਘ ਕਿਤੇ ਤੁਸੀਂ। ਥੋੜੀ ਸ਼ਰਮ ਕਰਨੀ ਚਾਹੀਦੀ, ਏਡੇ ਵੱਡੇ ਪਾ ਕਿਸੇ ਨੂੰ ਸਮਾਨ ਦੇਣ ਲੱਗੇ। ਮਹਾਰਾਜਾ ਰਣਜੀਤ ਸਿੰਘ ਜੀ ਤਾਂ ਇੱਕ ਬਰਾਬਰ ਸਮਝਦੇ ਸੀ ਸਾਰੇ ਲੋਕਾਂ ਨੂੰ, ਐ ਨਹੀਂ ਸੀ ਵੀ ਉਹ ਆ ਗਿਆ ਉਹਨਾਂ ਨੂੰ ਕਰ ਤੋ, ਝੂਠੇ ਐਲਾਨ ਨਹੀਂ ਕਰਦੇ ਸੀ। ਤੁਸੀਂ ਬੋਰਡ ਬਣਾਉਣ ਲੱਗੇ, ਇੱਕ ਐਡ ਕਰਨ ਲੱਗੇ ਤਾਂ ਕਰੋੜਾਂ ਰੁਪਏ ਲਗਾ ਦਿੰਦੇ ਹੋ। ਸਾਡੇ ਵਰਗਿਆਂ ਨੂੰ ਤੁਸੀਂ ਸੈਲਰੀ ਦੇਣ ਲੱਗੇ ਖਤਮ ਕਰ ਦਿੰਦੇ ਹੋ। ਤੁਸੀਂ ਦੱਸੋ, ਇਹਨਾਂ ਨੇ ਸਾਨੂੰ ਵਿਹਲਾ ਕਰਤਾ 646 PTO ਨੂੰ ਕਿ ਸਾਡੇ ਜੁੱਤੀਆਂ, ਜਦੋਂ ਅਸੀਂ ਵੋਟਾਂ ਮੰਗਣ ਆਵਾਂਗੇ ਸਾਡੇ ਜੁੱਤੀਆਂ ਚੱਕ ਕੇ ਮਾਰਿਓ। ਤੇ ਹੁਣ ਇਹਨਾਂ ਦਾ ਉਹੀ ਵੈਲਕਮ ਹੋਊਗਾ, ਘਰ ਘਰ ਜਾ ਕੇ ਇਹਨਾਂ ਨੂੰ ਵੋਟਾਂ ਜਦੋਂ ਮੰਗਣਗੇ ਨਾ, ਅਸੀਂ ਟੱਕਰਾਂਗੇ, ਅਸੀਂ ਇਹਨਾਂ ਨੂੰ ਵੋਟਾਂ ਪਾਉਣ ਲਈ ਲੋਕਾਂ ਨੂੰ ਜਾਗਰੂਕ ਕਰਾਂਗੇ। ਵੀਰੇ ਇਹ ਤਾਂ ਦੋ ਮੂੰਹੇ ਸੱਪ ਨੇ, ਜਿਵੇਂ ਕਹਿੰਦੇ ਨੇ ਨਾ, ਜਹਾਨ ਨੂੰ ਤਾਂ ਆਰੀ ਨੂੰ ਤਾਂ ਇੱਕ ਪਾਸੇ ਦੰਦੇ ਹੁੰਦੇ ਨੇ, ਜਹਾਨ ਨੂੰ ਦੋ ਪਾਸੇ ਹੁੰਦੇ ਆ, ਇਹ ਸਰਕਾਰ ਨੂੰ ਵੀ ਦੋਨੇ ਪਾਸੇ ਦੰਦੇ ਨੇ। ਇਹ ਤਾਂ ਜਦੋਂ ਸਰਕਾਰ ਆਈ ਨਹੀਂ ਸੀ ਉਦੋਂ ਆਪਦੇ ਦੰਦੇ ਤਿੱਖੇ ਨਹੀਂ ਕਰੇ ਸੀ ਇਹਨੇ, ਹੁਣ ਤਾਂ ਉਹ ਰੇਗ ਮਾਰ ਲਾ ਲਿਆ ਵੀ ਜਿਹੜਾ ਵੀ ਬੋਲਦਾ ਉਹਨੂੰ ਕੱਟ ਦਿੰਦੇ ਨੇ। ਇਹ ਤਾਂ ਮੈਂ ਤਾਂ ਹੁਣ ਕਹਿੰਦੀ ਇਹਨਾਂ ਦਾ ਇਹ ਨਹੀਂ ਪਤਾ ਸਾਡੇ ਨਾਲ ਵੀ ਕੀ ਕਰਨ, ਜਦੋਂ ਅਸੀਂ ਬੋਲਦੇ ਸੀ ਸਾਨੂੰ ਖਤਮ ਕਰਤਾ। ਇਹ ਸਰਕਾਰ ਬਿਲਕੁਲ ਜ਼ੀਰੋ ਆ, ਇੱਕ ਨੰਬਰ ਦੀ ਗੱਪੀ ਸਰਕਾਰ ਆ। ਇਹ ਸਰਕਾਰ ਨਾ ਤਾਂ ਅੱਗੇ ਕਾਮਯਾਬ ਹੋ ਸਕੂਗੀ ਕਿਉਂਕਿ ਇਹ ਆਪਦੇ ਦਿਮਾਗ ਨਾਲ ਨਾ ਚੱਲਦੇ ਨੇ, ਨਾ ਵਾਸਤਾ ਨੇ, ਕੁਝ ਵੀ ਨੇ। ਇਹਨਾਂ ਨੇ 646 ਦਾ ਪੱਠਾ ਬਿਠਾਤਾ, ਵਾਅਦੇ ਤੋਂ ਮੁੱਕਰ ਗਏ। ਇਹਨਾਂ ਨੇ ਇਹ ਨਹੀਂ ਸੋਚਿਆ ਵੀ ਅਸੀਂ ਇਹ ਦੇਖੀਏ ਵੀ ਜਦੋਂ ਕਹੀ ਜਾਂਦੇ ਕੇਡਰ ਖਤਮ ਆ, ਉਹਦਾ ਪ੍ਰੂਫ ਤਾਂ ਪੇਸ਼ ਕਰ ਦਿਓ। ਤੁਸੀਂ ਦੋ ਸਾਰੀ ਕੋਰਟ ਵਿੱਚ ਮੀਡੀਆ 'ਚ ਪੇਸ਼ ਕਰੋ। ਤੁਸੀਂ ਅਸੀਂ ਸਹੀ ਆ, ਅਸੀਂ ਇਹ ਹੱਕ ਲੱਗ ਕੇ ਕਹਿੰਦੇ ਆ ਤੁਹਾਡੇ ਸਾਹਮਣੇ, ਜੇ ਅਸੀਂ ਗਲਤ ਆ ਸਰਕਾਰ ਪੇਸ਼ ਕਰੇ, ਡਿਪਾਰਟਮੈਂਟ ਪੇਸ਼ ਕਰੇ। ਪੁਰਾਣਾ 2022 ਦਾ ਲੈਟਰ ਪੇਸ਼ ਕਰੀ ਜਾਂਦੇ ਹੋ। ਕੋਈ ਗੱਲ ਨਹੀਂ, ਇਹਨਾਂ ਨੂੰ ਟੱਕਰਾਂਗੇ, ਦੇਵਾਂਗੇ ਚੰਗਾ ਮਜ਼ਾ ਇਹਨਾਂ ਨੂੰ ਜੀ। ਭੈਣੇ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਮੇਰੇ ਨਾਲ ਭੈਣ ਸਿੱਪੀ ਸ਼ਰਮਾ ਹੋ ਰਹੀ ਸੀ, ਜਿਹਨਾਂ ਦਾ ਕਹਿਣਾ ਹੈ ਕਿ ਪਿਛਲੀਆਂ ਸਰਕਾਰਾਂ ਵੇਲੇ ਚਾਹੇ ਅਸੀਂ ਪਿਛਲੀਆਂ ਸਰਕਾਰਾਂ ਦੀ ਵਿਰੋਧਤਾ ਕਰਦੇ ਰਹੇ, ਇੱਕ ਸਰਕਾਰ ਉਹ ਜਿਹਨੇ ਭਰਤੀਆਂ ਕੱਢੀਆਂ, ਦੂਜੀ ਸਰਕਾਰ ਉਹ ਜਿਹਨੇ ਮੰਗ ਕੀਤੀ ਸੀ ਕਿ ਸਾਨੂੰ ਇਹ ਅਧਿਆਪਕ ਜਿਹੜੇ ਆ ਉਹ ਚਾਹੀਦੇ ਆ, ਪਰ ਤੀਜੀ ਸਰਕਾਰ ਕਹਿੰਦੇ ਇਹ ਆਈ ਆ ਜਿਨ੍ਹਾਂ ਨੇ ਮੈਨੂੰ ਭੈਣ ਕਿਹਾ ਸੀ, ਤੀਜੀ ਸਰਕਾਰ ਇਹ ਆਈ ਆ ਜਿਨ੍ਹਾਂ ਤੇ ਸਾਨੂੰ ਬਦਲਾਅ ਦੀ ਆਸ ਸੀ, ਤੀਜੀ ਸਰਕਾਰ ਇਹ ਆਈ ਆ ਜੋ ਕਹਿੰਦੀ ਸੀ ਕਿ ਅਸੀਂ ਪਿਛਲੀਆਂ ਸਰਕਾਰਾਂ ਵਾਂਗੂ ਨਹੀਂ ਕਰਾਂਗੇ, ਸਾਨੂੰ ਪੱਕਿਆਂ ਕਰਾਂਗੇ, ਪਰ ਕਹਿੰਦੇ ਇਹਨਾਂ ਨੇ ਤਾਂ ਸਾਨੂੰ ਬੇਰੁਜ਼ਗਾਰ ਕਰਕੇ ਜਿਹੜਾ ਆ ਉਹ ਧਰ ਦਿੱਤਾ ਆ। ਜੁੜੇ ਰਹੋ RMB ਟੈਲੀਵਿਜ਼ਨ ਦੇ ਨਾਲ। ਆਪਣੇ ਦੋਸਤ ਜਸ ਗਰੇਵਾਲ ਦਿਓ ਇਜਾਜ਼ਤ। ਧੰਨਵਾਦ।